डिबेट नंबर 2 ਚ ਅਸੀਂ ਗੱਲਬਾਤ ਕਰਾਂਗੇ ਮਾਲੇਗਾਂव ਬੰਬ ਬਲਾਸਟ ਦੀ, ਜੋ ਕਿ 2006 ਵਿੱਚ ਇੱਕ ਘਟਨਾ ਹੋਈ ਸੀ। ਇਸ ਘਟਨਾ ਵਿੱਚ 31 ਲੋਕਾਂ ਦੀ ਜਾਨ ਗਈ ਸੀ ਤੇ ਜ਼ਿਆਦਾਤਰ ਲੋਕ ਮੁਸਲਿਮ ਧਰਮ ਤੋਂ ਰਾਬਤਾ ਰੱਖਦੇ ਸੀ। ਜੇ ਤੁਸੀਂ ਇਹਨੂੰ ਦੂਜੇ ਸ਼ਬਦਾਂ 'ਚ ਕਹਿਣਾ ਚਾਹੋ, ਜਿਹਨੇ ਵੀ ਇਹ ਅਟੈਕ ਪਲਾਨ ਕੀਤਾ ਸੀ ਉਹਨੇ ਮੁਸਲਿਮ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਨੂੰ ਇਹ ਅਟੈਕ ਪਲਾਨ ਕੀਤਾ ਸੀ। ਪਰ ਹੈਰਾਨੀ ਦੀ ਗੱਲ ਉਦੋਂ ਹੋਈ ਜਦੋਂ ਇਸ ਕੇਸ ਤੇ ਕੰਮ ਕਰ ਰਹੀ ਪੁਲਿਸ ਵੱਲੋਂ ਜਾਂ ਫਿਰ ATS ਟੀਮ ਵੱਲੋਂ ਚਾਰਜ ਵੀ ਮੁਸਲਿਮ ਲੋਕਾਂ ਨੂੰ ਹੀ ਕੀਤਾ ਗਿਆ, ਜਾਂ ਤੁਸੀਂ ਕਹੋ ਕਿ ਮੁਸਲਮਾਨ ਨੂੰ ਹੀ ਕੀਤਾ ਗਿਆ। ਕੁੱਲ ਮਿਲਾ ਕੇ ਮੁਸਲਮਾਨ ਲੋਕਾਂ ਨੇ ਹੀ ਬੰਬ ਪਲਾਂਟ ਕੀਤਾ ਸੀ ਆਪਣੇ ਹੀ ਧਰਮ ਦੇ ਲੋਕਾਂ ਨੂੰ ਮਾਰਨ ਵਾਸਤੇ। ਸੁਣਨ 'ਚ ਇੱਕ ਹੈਰਾਨੀਜਨਕ ਹੁੰਦਾ। ਆਮ ਤੌਰ ਤੇ ਅਸੀਂ ਇੰਡੀਆ 'ਚ ਜੇ ਟੈਰਰਿਸਟ ਐਕਟੀਵਿਟੀਜ਼ ਦੇਖੀਏ ਜਾਂ ਵਰਲਡ ਸਾਰੇ ਕਿਤੇ ਦੇਖੀਏ ਤੇ ਖਾਸ ਕਰਕੇ ਜਦੋਂ ਧਾਰਮਿਕ ਲੜਾਈ ਹੁੰਦੀ ਦੂਜੇ ਧਰਮ ਦੇ ਲੋਕਾਂ ਨੂੰ ਅਟੈਕ ਕੀਤਾ ਜਾਂਦਾ। ਮੈਂ ਇੱਥੇ ਕੋਈ ਜਸਟੀਫਿਕੇਸ਼ਨ ਨਹੀਂ ਦੇ ਰਿਹਾ, ਮੈਂ ਥੋੜਾ ਜਿਹਾ ਤੁਹਾਨੂੰ ਉਹ ਅਟੈਕਸ ਉਹਨਾਂ ਬਾਰੇ ਦੱਸ ਰਿਹਾ ਕਿ ਅਸੀਂ ਇੰਡੀਆ ਵਿੱਚ ਮੁਸਲਿਮ ਕੁਝ ਟੈਰਰਿਸਟ ਲੋਕਾਂ ਵੱਲੋਂ ਹਿੰਦੂ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਵੀ ਕੁਝ ਟੈਰਰਿਸਟ ਅਟੈਕ ਵੇਖੇ ਨੇ। ਇਹ ਅਟੈਕ 'ਚ ਪਰ ਪੁੱਠਾ ਸੀ, ਇੱਥੇ ਮੁਸਲਮਾਨਾਂ ਨੂੰ ਅਟੈਕ ਕੀਤਾ ਗਿਆ ਸੀ। ਪਰ ਹੈਰਾਨੀ ਉਦੋਂ ਹੋਈ ਜਦੋਂ ATS ਨੇ ਇਹਨਾਂ ਵਿੱਚ ਚਾਰਜ ਕਰਨ ਵਾਲੇ ਸਾਰੇ ਲੋਕਾਂ ਨੂੰ ਜੋ ਮੁਸਲਿਮ ਧਰਮ ਤੋਂ ਰਾਬਤਾ ਰੱਖਦੇ ਸੀ ਉਹਨਾਂ ਨੂੰ ਚਾਰਜ ਕੀਤਾ। ਅੱਜ ਅਸੀਂ ਇਹ ਗੱਲ ਤਾਂ ਕਰਨ ਜਾ ਰਹੇ ਹਾਂ ਕਿ ਕੱਲ ਪਰਸੋਂ ਆਏ ਹੋਏ ਇੱਕ ਕੋਰਟ ਦੇ ਫੈਸਲੇ ਵਿੱਚ ਜੱਜ ਸਾਹਿਬ ਨੇ ਇਹਨਾਂ ਸਾਰਿਆਂ ਨੂੰ ਬਾਇਜ਼ਤ ਬਰੀ ਕਰ ਦਿੱਤਾ ਗਿਆ। ਜੱਜ ਸਾਹਿਬ ਨੇ ਕੁਝ ਕੁਐਸਚਨ ਵੀ ਚੱਕੇ ਜਿਹੜੇ ਕਿ ਸੁਣ ਕੇ ਤੁਹਾਨੂੰ ਸ਼ਾਇਦ ਹੈਰਾਨੀ ਨਹੀਂ ਹੋਊਗੀ। ਜੱਜ ਸਾਹਿਬ ਦਾ ਇੱਕ ਕਮੈਂਟ ਬੜਾ ਇੰਟਰਸਟਿੰਗ ਸੀ, ਜਿੱਥੇ ਉਹਨਾਂ ਨੇ ਇਹੀ ਪੁੱਛਿਆ ਸੀ ਇਸ ਟੀਮ ਕੋਲੋਂ ਜੋ ਇੱਥੇ ਇਨਕੁਆਇਰੀ ਕਰ ਰਹੀ ਸੀ ਕਿ ਮੁਸਲਮਾਨ ਆਪਣੇ ਹੀ ਧਰਮ ਦੇ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਬੰਬ ਕਿਉਂ ਪਲਾਂਟ ਕਰੂਗਾ। ਗੱਲਬਾਤ ਕਰਦੇ ਹਾਂ ਆਪਣੇ ਪੈਨਲਿਸਟ ਨਾਲ ਤੇ ਜਾਣਦੇ ਆ ਇਹਨਾਂ ਸਾਰਿਆਂ ਦੇ ਵਿਚਾਰ। ਸ਼ੁਰੂ ਕਰਦੇ ਹਾਂ ਸਬਦੀਸ਼ ਜੀ ਤੋਂ। ਸਬਦੀਸ਼ ਜੀ, ਕੀ ਕਹਿਣਾ ਚਾਹੋਗੇ ਇਸ ਸਾਰੇ ਮਾਲੇਗਾਂव ਬੰਬ ਬਲਾਸਟ ਉਸ ਤੋਂ ਬਾਅਦ ਉੱਤੇ ਹੋਈ ਕਾਰਵਾਈ ਤੇ ATS ਨੇ ਇਨਕੁਆਇਰੀ ਕੀਤੀ, CBI ਨੇ ਇਨਕੁਆਇਰੀ ਕੀਤੀ, ਉਸ ਤੋਂ ਬਾਅਦ ਜੋ ਹੁਣ ਕੋਰਟ ਦਾ ਵਰਡਿਕਟ ਆਇਆ ਵਾ? ਹਰਪ੍ਰੀਤ ਜੀ, ਫੈਸਲਾ ਕੀ ਆਉਂਦਾ ਹੈ ਇਹਦੇ ਬਾਰੇ ਆਪਾਂ ਬਹੁਤੀ ਬਹਿਸ ਨਹੀਂ ਕਰ ਸਕਦੇ, ਕਿਉਂਕਿ ਕੋਰਟ ਨੇ ਆਪਣੇ ਹਿਸਾਬ ਨਾਲ ਤੱਥਾਂ ਦੇ ਆਧਾਰ ਦੇ ਉੱਤੇ ਫੈਸਲਾ ਕੀਤਾ ਹੋਏਗਾ। ਪਰ ਜੇ ਅਸੀਂ ਸਮਝੌਤਾ ਐਕਸਪ੍ਰੈਸ ਵਿੱਚ ਹੋਏ ਬੰਬ ਬਲਾਸਟ ਦੀ ਗੱਲ ਕਰੀਏ ਤਾਂ ਉਹਨੂੰ ਅਸੀਂ ਇਸ ਤਰ੍ਹਾਂ ਸਮਝਣ ਦਾ ਯਤਨ ਨਾ ਕਰੀਏ ਕਿ ਮੁਸਲਮਾਨ ਕਿਉਂ ਚਾਹੁੰਣਗੇ ਕਿ ਸਮਝੌਤਾ ਐਕਸਪ੍ਰੈਸ ਦੇ ਵਿੱਚ ਬੰਬ ਬਲਾਸਟ ਕਰਕੇ ਮੁਸਲਮਾਨਾਂ ਦਾ ਕਤਲੇਆਮ ਮਚਾਇਆ ਜਾਵੇ, ਜਾਂ ਇਹ ਸਵਾਲ ਨਾ ਖੜਾ ਕੀਤਾ ਜਾਵੇ ਕਿ ਹਿੰਦੂ ਕਿਉਂ ਚਾਹੁੰਣਗੇ ਕਿ ਸਮਝੌਤਾ ਐਕਸਪ੍ਰੈਸ ਦੇ ਵਿੱਚ ਅਟੈਕ ਕੀਤਾ ਜਾਵੇ। ਸਵਾਲ ਸਿਰਫ ਇਹ ਆ ਕਿ ਇਹ ਚਾਹੁਣ ਵਾਲੇ ਸਿਰਫ ਤੇ ਸਿਰਫ ਉਹ ਟੈਰਰਿਸਟ ਹੋਣਗੇ ਜਿਹੜੇ ਇਹ ਚਾਹੁੰਦੇ ਨੇ ਕਿ ਭਾਰਤ ਤੇ ਪਾਕਿਸਤਾਨ ਦੇ ਵਿੱਚ ਹਿੰਦੂ ਤੇ ਮੁਸਲਮਾਨ ਵਾਲੀ 47 ਤੋਂ ਚਲੀ ਆ ਰਹੀ ਦੀਵਾਰ ਦੀਆਂ ਜੇ ਕੁਝ ਇੱਟਾਂ ਗਿਰਦੀਆਂ ਨੇ ਤਾਂ ਉਹਨਾਂ ਨੂੰ ਹੋਰ ਸੀਮੈਂਟ ਲਾ ਕੇ ਪੱਕਾ ਕੀਤਾ ਜਾਵੇ ਤਾਂ ਕਿ ਇਹ ਇੱਕ ਦੀਵਾਰ ਬਣੀ ਰਵੇ। ਸਮਝੌਤਾ ਐਕਸਪ੍ਰੈਸ ਦੇ ਉੱਤੇ ਅਟੈਕ ਨੂੰ ਮੈਂ ਸਿਰਫ ਇਸ ਪ੍ਰਸੰਗ ਦੇ ਵਿੱਚ ਵੇਖਦਾ, ਔਰ ਇਹਦੇ ਵਿੱਚ ਸ਼ਾਮਲ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਬਹੁਤ ਰੌਲੀ ਪਈ। ਜਦੋਂ ਇਹ ਅਟੈਕ ਹੋਇਆ ਤਾਂ ਤੁਰੰਤ ਇਹ ਪ੍ਰਚਾਰ ਕੀਤਾ ਗਿਆ ਕਿ ਇਹ ਮੁਸਲਿਮ ਅੱਤਵਾਦੀਆਂ ਦਾ ਕੰਮ ਆ, ਇਹ ਇਸਲਾਮਿਕ ਟੈਰਰਿਸਟਾਂ ਦਾ ਕੰਮ ਆ। ਹਾਲਾਂਕਿ ਇਸ ਤਰ੍ਹਾਂ ਦਾ ਸ਼ਬਦ ਨਹੀਂ ਇਸਤੇਮਾਲ ਕੀਤਾ ਜਾਣਾ ਚਾਹੀਦਾ ਸੀ। ਕੁਝ ਪੜਤਾਲ ਚੱਲੀ ਤਾਂ ਪੜਤਾਲ ਤੋਂ ਬਾਅਦ ਜਿਹੜੇ ਲੋਕੀ ਜ਼ਿੰਮੇਵਾਰ ਪਾਏ ਗਏ, ਜਿਨ੍ਹਾਂ ਉੱਤੇ ਦੁਬਾਰਾ ਕੇਸ ਚੱਲੇ, ਉਦੋਂ ਇਹ ਇਸਤੇਮਾਲ ਸ਼ਬਦ ਕੀਤੇ ਗਏ ਕਿ ਹਿੰਦੂ ਟੈਰਰਿਸਟ ਨੇ। ਉਦੋਂ ਵੀ ਮੈਨੂੰ ਕਦੇ ਨਹੀਂ ਇਹ ਗੱਲ ਪਸੰਦ ਆਈ ਕਿ ਅਸੀਂ ਹਿੰਦੂ ਟੈਰਰਿਸਟ ਕਹੀਏ। ਉਸ ਵੇਲੇ RSS ਨੇ ਇਹ ਗੱਲ ਪ੍ਰਵਾਨ ਕੀਤੀ ਸੀ ਕਿ ਜਿਨ੍ਹਾਂ ਲੋਕਾਂ ਨੂੰ ਤੁਸੀਂ ਇਸ ਹਮਲੇ ਦੇ ਵਿੱਚ ਸ਼ਾਮਲ ਮੰਨ ਰਹੇ ਹੋ, ਅਸੀਂ ਇੰਨੀ ਗੱਲ ਮੰਨਣ ਲਈ ਤਿਆਰ ਹਾਂ ਕਿ ਉਹ ਕਿਸੇ ਵੇਲੇ RSS ਨਾਲ ਹਿੰਦੂ ਪਰਿਵਾਰ ਦੀਆਂ ਜਥੇਬੰਦੀਆਂ ਨਾਲ ਸੰਬੰਧਿਤ ਰਹੇ ਨੇ, ਪਰ ਅੱਜ ਦੀ ਤਰੀਕ ਦੇ ਵਿੱਚ ਉਹ ਸਾਡੇ ਮੈਂਬਰ ਨਹੀਂ ਹਨ। ਇਸ ਕਰਕੇ ਤੁਸੀਂ ਉਹਨਾਂ ਬਾਰੇ ਚਰਚਾ ਜੇ ਕਰਨੀ ਵੀ ਆ ਤੇ ਇੱਕ ਪਰਸਨਲੀ ਉਹਨਾਂ ਦੇ ਐਕਟ ਕਰਕੇ ਉਹਨਾਂ ਬਾਰੇ ਜੋ ਮਰਜ਼ੀ ਕੇਸ ਚਲਾਵੇ, ਉਹਨੂੰ ਹਿੰਦੂਇਜ਼ਮ ਨਾਲ ਜਾਂ RSS ਨਾਲ ਨਾ ਜੋੜਿਆ ਜਾਵੇ। ਮੈਂ ਇਹ ਸਮਝਦਾ ਕਿ ਇਸ ਵਿੱਚ ਸ਼ਾਮਲ ਲੋਕਾਂ ਨੂੰ ਉਹਨਾਂ ਦਾ ਧਰਮ ਕੋਈ ਵੀ ਹੋਵੇ, ਸਾਨੂੰ ਇਸ ਨੁਕਤੇ ਤੋਂ ਵਿਚਾਰਨਾ ਚਾਹੀਦਾ ਕਿ ਇਹਦੇ ਪਿੱਛੇ ਬਹੁਤ ਵੱਡੀ ਸਾਜ਼ਿਸ਼ ਹਿੰਦੁਸਤਾਨ ਔਰ ਪਾਕਿਸਤਾਨ ਕਹਾਂਗਾ ਦੋਨਾਂ ਦੇਸ਼ਾਂ 'ਚ ਚੱਲਦੀ ਰਹਿੰਦੀ ਹੈ ਕਿ ਇਹ ਦੀਵਾਰ ਖੜੀ ਰਹਿਣੀ ਚਾਹੀਦੀ ਹੈ। ਤੇ ਸਾਡੇ ਵਰਗੇ ਲੋਕਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਧਰਮ ਦੇ ਨਾਂ ਤੇ ਜਿਹੜੀਆਂ ਦੀਵਾਰਾਂ ਖੜੀਆਂ ਕੀਤੀਆਂ ਜਾ ਰਹੀਆਂ ਉਹਨਾਂ ਨੂੰ ਅਸੀਂ ਜਿੰਨੀ ਵੀ ਕੋਸ਼ਿਸ਼ ਹੋ ਸਕੇ ਮਿਟਾਉਣ ਦਾ ਯਤਨ ਕਰੀਏ।
ਇਹ ਗੱਲ ਅਸੀਂ ਸਵੀਕਾਰ ਕਰੀਏ ਕਿ 47 ਦੀ ਵੰਡ ਹੋ ਚੁੱਕੀ ਆ, ਉਹ ਵੰਡ ਸ਼ਾਇਦ ਕਦੇ ਖਤਮ ਨਹੀਂ ਹੋਣੀ, ਪਰ ਮਨੁੱਖਤਾ ਦੀ ਵੰਡ ਨਾ ਹੋਵੇ, ਇਹ ਸਾਨੂੰ ਜ਼ਰੂਰ ਸੋਚਦੇ ਰਹਿਣਾ ਚਾਹੀਦਾ। ਸਾਰੇ ਘਟਨਾਕ੍ਰਮ ਉੱਤੇ ਪੁਲਿਸ, CBI, ATS, NIA ਦੀ ਰੋਲ ਉੱਤੇ ਕੀ ਕਮੈਂਟ ਕਰਨਾ ਚਾਹੋਗੇ? ਹਰਪ੍ਰੀਤ ਜੀ, ਇਹਦੇ ਵਿੱਚ ਜੋ ਵੀ ਹੁਣ ਤੱਕ ਏਜੰਸੀਜ਼ ਨੇ ਇਨਕੁਆਇਰੀਜ਼ ਕੀਤੀਆਂ, ਜੋ ਵੀ ਕੀਤੀਆਂ, ਡਾਇਰੈਕਸ਼ਨ ਤਾਂ ਮੈਨੂੰ ਲੱਗਦਾ ਹੁਣ ਉਹ ਜਿਹੜੀ ਹੈਗੀ ਆ ਉਹ ਸਹੀ ਡਾਇਰੈਕਸ਼ਨ ਵੱਲ ਨੂੰ ਜਾ ਹੀ ਨਹੀਂ ਸਕਦੀਆਂ ਸੀ, ਕਿਉਂਕਿ ਜਿਹੜੀਆਂ ਹਿੰਦੂਤਵਵਾਦੀ ਤਾਕਤਾਂ ਸੀਗੀਆਂ ਉਹਨਾਂ ਦਾ ਕਿਤੇ ਨਾ ਕਿਤੇ ਇਨਫਲੂਐਂਸ ਰਹਿੰਦਾ। ਪਰ ਜਿਹੜੀ ਚੰਗੀ ਗੱਲ ਇਹ ਹੈਗੀ ਆ ਕਿ ਐਟਲੀਸਟ ਇੰਡੀਆ ਦੇ ਵਿੱਚ ਕੁਝ ਐਸੇ ਫੈਸਲੇ ਆਉਣ ਲੱਗ ਪਏ ਨੇ ਜਿਨ੍ਹਾਂ ਤੋਂ ਇੱਕ ਆਸ ਦੀ ਕਿਰਨ ਦਿਖਣ ਲੱਗ ਪਈ ਹੈ ਕਿ ਜਿਹੜੀਆਂ ਸਾਜ਼ਿਸ਼ਾਂ ਹੁੰਦੀਆਂ ਨੇ ਇਹੋ ਜਿਹੀਆਂ, ਖਾਸ ਕਰਕੇ ਫਿਰਕੂ ਤਾਕਤਾਂ ਨੂੰ ਉਭਾਰਨ ਵਾਲੀਆਂ, ਜਾਂ ਜਿਹੜਾ ਇਹ ਇੱਕ ਉੱਥੇ ਇੱਕ ਚਲਨ ਚੱਲ ਗਿਆ ਹੈ ਕਿ ਕੋਈ ਵੀ ਕਿਸੇ ਵੀ ਤਰੀਕੇ ਦੀ ਕੋਈ ਵਾਰਦਾਤ ਹੁੰਦੀ ਹੈ ਤਾਂ ਉਹਦੇ ਵਿੱਚ ਜਿਹੜਾ ਹੈਗਾ ਇੱਕ ਖਾਸ ਫਿਰਕੇ ਦਾ ਨਾਮ ਲਗਾ ਦਿੱਤਾ ਜਾਂਦਾ, ਉਹਦੇ 'ਤੇ ਕਿਤੇ ਨਾ ਕਿਤੇ ਰੋਕ ਲੱਗਦੀ ਹੈ ਇਹਦੇ ਉੱਪਰ। ਪਰ ਇਹਦੇ ਉੱਪਰ ਮੇਰੇ ਖਿਆਲ ਨਾਲ ਹਾਲੇ ਬਹੁਤ ਕੁਝ ਹੋਣ ਵਾਲਾ ਹੈਗਾ। ਜੇ ਆਪਾਂ CBI ਦੀ ਗੱਲ ਕਰੀਏ ਜਾਂ NIA ਦੀ ਜਿਹੜੀ ਉੱਥੇ ਰਿਪੋਰਟ ਆਈ ਹੈ ਉਹਦੀ ਗੱਲ ਕਰੀਏ, ਉਹਨਾਂ ਏਜੰਸੀਆਂ ਨੇ ਜਿਹੜਾ ਹੈਗਾ ਕੰਮ ਜਿਹੜਾ ਕੀਤਾ ਹੈਗਾ ਜਿਸ ਤਰ੍ਹਾਂ ਆਮ ਤੌਰ 'ਤੇ ਹੁੰਦਾ ਉੱਦਾਂ ਹੀ ਕੀਤਾ ਹੈਗਾ। ਹਾਲਾਂਕਿ ਇਹ ਜੇ ਆਪਾਂ ਕੇਸ ਦੀ ਡਿਟੇਲ ਵਿੱਚ ਜਾਵਾਂਗੇ ਤਾਂ ਇਹਦੇ ਵਿੱਚ ਜਿਹੜੇ ਗਵਾਹ ਸੀਗੇ, ਗਵਾਹਾਂ ਦਾ ਹੌਲੀ ਹੌਲੀ ਨਿਕਲ ਜਾਣਾ ਵਿੱਚੋਂ, ਅਸੀਮਾ ਆਨੰਦ ਦੇ ਬਿਆਨਾਂ ਦਾ ਇਹਦੇ ਨਾਲ ਜੁੜ ਜਾਣਾ, ਜਾਂ ਜਿਹੜੇ ਪੁਰੋਹਿਤ ਉੱਥੇ ਇੱਕ ਲੈਫਟੀਨੈਂਟ ਕਰਨਲ ਸੀ ਮੇਰਾ ਖਿਆਲ, ਉਹਨਾਂ ਦੇ ਬਿਆਨਾਂ ਦਾ ਜੁੜ ਜਾਣਾ, ਬਹੁਤ ਸਾਰੀਆਂ ਗੱਲਾਂ ਇਹਦੇ ਨਾਲ ਜੁੜਦੀਆਂ ਹੋਈਆਂ ਨੇ। ਪਰ ਜਿਹੜੀ ਮੁੱਖ ਦੀ ਗੱਲ ਅੱਜ ਇਹ ਹੈਗੀ ਹੈ ਕਿ ਜੇ ਉਹਨਾਂ ਨੂੰ ਮੁਸਲਮਾਨ ਹੋਣ ਦੇ ਨਾਤੇ ਫੜਿਆ ਸੀਗਾ, ਟੌਰਚਰ ਵੀ ਕੀਤਾ ਗਿਆ, ਉਹਨਾਂ ਤੋਂ ਜ਼ਬਰਦਸਤੀ ਜਿਹੜਾ ਹੈਗਾ ਮੇਰਾ ਖਿਆਲ ਹੈ ਸਿਗਨੇਚਰ ਵੀ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਉਹ ਮੰਨ ਲੈਣ ਕਿ ਜੁਰਮ ਉਹਨਾਂ ਨੇ ਕੀਤਾ ਗਿਆ। ਇੱਥੋਂ ਇਹ ਸਾਬਤ ਹੁੰਦਾ ਹੈ ਕਿ ਜਿਹੜੀਆਂ ਇਹ ਤਾਕਤਾਂ ਹੈਗੀਆਂ ਨੇ, ਜਿਹੜੀਆਂ ਚਾਹੁੰਦੀਆਂ ਨੇ ਕਿ ਦੇਸ਼ ਦੇ ਵਿੱਚ ਮੈਜੋਰਟੀ ਤੇ ਮਾਈਨੋਰਟੀ ਜਿਹੜੀ ਹੈਗੀ ਹੈ ਇਹਨੂੰ ਡਿਵਾਈਡ ਕਰਕੇ ਰੱਖਿਆ ਜਾਵੇ, ਇੱਕ ਖਾਸ ਫਿਰਕੇ ਨੂੰ ਦਬਾ ਕੇ ਰੱਖਿਆ ਜਾਵੇ, ਉਹਨੂੰ ਇੱਕ ਟੈਰਰਿਸਟ ਦਾ ਲੇਬਲ ਲਗਾ ਕੇ ਰੱਖਿਆ ਜਾਵੇ, ਉਹ ਬਹੁਤ ਐਕਟੀਵੇਟ ਨੇ ਔਰ ਉਹ ਆਪਣਾ ਕੰਮ ਕਰਦੀਆਂ ਰਹਿੰਦੀਆਂ ਉੱਥੇ। ਇੱਕ ਹੋਰ ਮੈਂ ਪੁਆਇੰਟ, ਹਾਂਜੀ ਗੋ ਹੈਡ ਜੀ। ਅਸਲ ਦੇ ਵਿੱਚ ਇਹ ਜਿਹੜੀ ਏਡੀ ਵੱਡੀ ਖਿੱਚੋਤਾਣ ਆ, ਅਸਲ ਇਹਦੇ ਵਿੱਚ ਰੀਜ਼ਨ ਤਾਂ ਹੈਗਾ ਦੋਹਾਂ ਮੁਲਕਾਂ ਦੀ, ਜਿਵੇਂ ਸ਼ਰਦੀਪ ਜੀ ਨੇ ਕਿਹਾ ਹੈ ਨਾ, ਕਿ ਆਪਸ ਦੇ ਵਿੱਚ ਆਪਣੇ ਅੰਦਰੂਨੀ ਖੇਲ ਖੇਡਣ ਵਾਸਤੇ ਜਾਂ ਜਿਹੜੀਆਂ ਕਾਬਜ਼ ਤਾਕਤਾਂ ਨੇ ਉਹ ਆਪਣੀ ਸਥਿਤੀ ਨੂੰ ਚੰਗੀ ਬਣਾਈ ਰੱਖਣ ਵਾਸਤੇ, ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ ਇਹੋ ਜਿਹੇ ਖੇਡ ਖੇਡਦੇ ਰਹਿੰਦੇ ਨੇ। ਕਿਉਂਕਿ ਖਾਸ ਕਰਕੇ ਪਾਕਿਸਤਾਨ ਦੇ ਵਿੱਚ ਇੱਕ ਲੌਬੀ ਹੈ ਜਿਹੜੀ ਉਸ ਵਕਤ ਉੱਥੇ ਦੀ ਸੱਤਾਧਾਰੀ ਜਿਹੜੀ ਹੈਗੀ ਲੌਬੀ ਹੈ, ਉਹ ਕਦੇ ਵੀ ਨਹੀਂ ਚਾਹੁੰਦੀ ਕਿ ਹਿੰਦੁਸਤਾਨ ਦੇ ਨਾਲ ਜਿਹੜੇ ਹੈਗੇ ਹਾਲਾਤ ਚੰਗੇ ਹੋਣ। ਤੇ ਜਦੋਂ ਇਹ ਬਲਾਸਟ ਹੋਏ ਸੀ, ਜੇ ਮੈਂ ਭੁੱਲਦਾ ਨਹੀਂ ਤਾਂ ਉਦੋਂ ਕੁਝ ਇਸ ਤਰ੍ਹਾਂ ਦੀ ਸੀ ਕਿ ਆਪਸੀ ਕੋਈ ਗੱਲ ਕਿਸੇ ਲੈਵਲ ਤੇ ਹੋਣ ਵਾਲੀ ਸੀ, ਉਹਨੂੰ ਸਾਬੋਟੇਜ ਕਰਨ ਵਾਸਤੇ ਵੀ ਇਹ ਕਾਰਵਾਈ ਹੋਈ ਸੀ। ਉਸ ਤੋਂ ਬਾਅਦ ਫਿਰ ਆ ਜਾਂਦੀ ਹੈ ਕਹਾਣੀ ਹਿੰਦੁਸਤਾਨ ਦੇ ਵਿੱਚ ਕਿਉਂਕਿ ਪਾਕਿਸਤਾਨ ਜਿਹੜਾ ਹੈਗਾ ਉਹ ਈਜ਼ੀਲੀ ਜਿਹੜੇ ਹੈਗੀ ਇੱਕ ਕਮਿਊਨਿਟੀ ਨੂੰ, ਜਿਹੜੀ ਮਾਈਨੋਰਿਟੀ ਹੈ, ਵੱਡੀ ਮਾਈਨੋਰਿਟੀ ਹੈ, ਮੁਸਲਿਮ ਭਾਈਚਾਰਾ, ਉਹਨੂੰ ਲੱਗਦਾ ਕਿ ਅਸੀਂ ਸ਼ਾਇਦ ਇਹਨਾਂ ਨੂੰ ਸੌਖੇ ਅਪਰੋਚ ਕਰ ਸਕਦੇ ਹਾਂ, ਇਹਨਾਂ ਦੇ ਵਿੱਚ ਕੁਝ ਆਪਣੇ ਬੰਦਿਆਂ ਨੂੰ ਵਾੜ ਕੇ ਅਸੀਂ ਆਪਣੀ ਮਰਜ਼ੀ ਦੇ ਕੰਮ ਕਰਵਾ ਸਕਦੇ ਹਾਂ, ਪੋਲੀਟਿਕਸ ਆਪਣੀ ਏਜੰਸੀ ਦੇ ਰਾਹੀਂ ਖੇਡ ਸਕਦੇ ਹਾਂ। ਮੈਂ ਇਹ ਨਹੀਂ ਕਹਿੰਦਾ ਕਿ ਹਿੰਦੁਸਤਾਨ ਦੀ ਏਜੰਸੀ ਪੂਰੀਆਂ ਨੇਕ ਹੋਣਗੀਆਂ, ਉਹ ਵੀ ਕੁਝ ਇਹੋ ਜਿਹਾ ਚੱਲਦਾ ਰਹਿੰਦਾ। ਪਰ ਉਹ ਜਦੋਂ ਉਹਨਾਂ ਨੇ ਇਹ ਕੰਮ ਕੀਤਾ ਤਾਂ ਉਸ ਵਕਤ ਜਿਹੜੀ ਇੱਥੇ ਦੀ ਸੱਤਾਧਾਰੀ ਪਾਰਟੀ ਸੀ, ਕਿਉਂਕਿ ਉਹ ਮਾਈਨੋਰਿਟੀ ਵੋਟਿੰਗ ਦੇ ਉੱਤੇ ਜਿਹੜੀ ਹੈਗੀ ਸੀ ਉਹ ਬਹੁਤ ਮਨਸਰ ਕਰਦੀ, ਉਹ ਕਿਸੇ ਤਰੀਕੇ ਨਾਲ ਇਹ ਨਹੀਂ ਸੀ ਚਾਹੁੰਦੀ ਕਿ ਜੇ ਅਸੀਂ ਮਾਈਨੋਰਿਟੀ ਦੇ ਅਗੇਂਸਟ ਜਿਹੜੀ ਹੈਗੀ ਕੁਝ ਹੱਦ ਤੋਂ ਅੱਗੇ ਜਾਵਾਂਗੇ ਤਾਂ ਅਸੀਂ ਆਪਣਾ ਵੋਟਾਂ ਨਾਲ ਲੂਜ਼ ਕਰ ਜਾਈਏ। ਉਹਨਾਂ ਨੇ ਇਮੀਡੀਏਟ ਉਹ ਅਸੀਮਾ ਆਨੰਦ ਤੇ ਉਹਨਾਂ ਦੇ ਉੱਤੇ ਕੇਸ ਪਾਉਣ ਦੀ ਕੋਸ਼ਿਸ਼ ਕੀਤੀ। ਕਿੰਨਾ ਕੁ ਸੱਚਾ ਕਿੰਨਾ ਕੁ ਝੂਠਾ ਆਪਾਂ ਜਿਸ ਤਰ੍ਹਾਂ ਦੇ ਉੱਥੇ ਹਾਲਤ ਜਾਂ ਇਨਵੈਸਟੀਗੇਸ਼ਨ ਹੋ ਸਕਦੀ ਹੈ, ਬੰਦਾ ਇੱਕਦਮ ਹੱਥ ਖੜਾ ਕਰਕੇ ਨਹੀਂ ਕਹਿ ਸਕਦਾ ਕਿ ਆਹ ਪੱਖ ਸੱਚਾ ਜਾਂ ਨਹੀਂ। ਪਰ ਉਹਨਾਂ ਨੇ ਇਹ ਕੋਸ਼ਿਸ਼ ਕੀਤੀ, ਹੁਣ ਉਹ ਕੇਸ ਸਸਟੇਨ ਨਹੀਂ ਕਰਿਆ ਕੋਰਟ ਦੇ ਵਿੱਚ, ਉਹ ਕੋਰਟ ਨੇ ਉਹਨਾਂ ਨੂੰ ਬਰੀ ਕਰਦਾ। ਕਹਿਣ ਦਾ ਮਤਲਬ ਇਹ ਹੈ ਕਿ ਅਲਟੀਮੇਟਲੀ ਜਿਹੜੀ ਹੈਗੀ ਵੋਟ ਦੀ ਔਰ ਦੋਹਾਂ ਮੁਲਕਾਂ ਦੀ ਆਪਸੀ ਜਿਹੜੀ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਆ, ਆਪਣੇ ਜਿਹੜੀ ਹੈਗੀ ਇੰਟਰਸਟ ਪਾਲਣ ਦੀ ਰਾਜਨੀਤੀ ਹੈ, ਉਹਦੇ ਵਿੱਚੋਂ ਇਹ ਘਟਨਾਵਾਂ ਜ਼ਿਆਦਾ ਜਨਮ ਲੈਂਦੀਆਂ ਨੇ। ਲੋਕਾਂ ਦਾ ਭਾਵੇਂ ਇਹਨਾਂ ਘਟਨਾਵਾਂ ਵੱਲ ਧਿਆਨ ਜਾਂ ਉਹ ਚੰਗਾ ਵੀ ਨਹੀਂ ਸਮਝਦੇ ਹੋਣਗੇ ਲੋਕੀ ਇਹਨਾਂ ਗੱਲਾਂ ਨੂੰ, ਪਰ ਕਿਉਂਕਿ ਉਹ ਰਾਸ਼ਟਰੀ ਪਾਰਟੀਆਂ ਬਹੁਤ ਤਾਕਤ ਦੇ ਸਾਧਨ ਹੁੰਦੇ ਨੇ, ਉਹ ਇਹੋ ਜਿਹਾ ਕੰਮ ਕਰਵਾਈ ਜਾਂਦੇ ਨੇ। ਬਿਲਕੁਲ ਮੇਰੇ ਪੈਨਲਿਸਟਾਂ ਜਿਹੜਾ ਹੁਣੇ ਗੱਲ ਕੀਤੀ ਹੈ ਕਿ ਦੋਵਾਂ ਦੇਸ਼ਾਂ ਦੇ ਵਿੱਚ ਜਦੋਂ ਵੀ ਕੋਈ
ਉੱਚ ਪੱਧਰ ਦੀ ਕੋਈ ਟਾਕ ਹੋਣ ਵਾਲੀ ਹੁੰਦੀ ਹੈ, ਉਦੋਂ ਹੀ ਕੋਈ ਨਾ ਕੋਈ ਇਹੋ ਜਿਹਾ ਵਰਤਾਰਾ ਵਾਪਰ ਜਾਂਦਾ ਹੈ ਕਿ ਦੋਨਾਂ ਦੀ ਗੱਲਬਾਤ ਫਿਰ ਪਿੱਛੇ ਚਲੇ ਜਾਂਦੀ ਹੈ। ਤਾਂ ਇਹ ਜਦੋਂ ਇਹ ਹੋਇਆ ਸੀ ਸਮਝੌਤਾ ਐਕਸਪ੍ਰੈਸ ਉਦੋਂ ਵੀ ਸਮਝ ਵਿੱਚ ਆਇਆ ਸੀ ਕਿ ਕੋਈ ਇਹੋ ਜਿਹੀ ਟਾਕ ਹੋਣ ਵਾਲੀ ਸੀ, ਤਾਂ ਇਹੋ ਜਿਹਾ ਧਮਾਕਾ ਹੋ ਗਿਆ, ਇਹੋ ਜਿਹਾ ਘਟਨਾ ਵਾਪਰ ਗਈ ਜੋ ਕਿ ਬਹੁਤ ਹੀ ਮੰਦਭਾਗੀ ਸੀ। ਪਰ ਇਹਦੇ ਵਿੱਚ ਇਹ ਗੱਲ ਇਹ ਸਵਾਲ ਉੱਠਦੀ ਹੈ ਕਿ ਇਹਦੇ ਵਿੱਚ ਅਕਿਊਜ਼ ਚਾਹੇ ਕੋਈ ਵੀ ਹੋਵੇ, ਬੰਬ ਧਮਾਕਾ ਕਰਨ ਵਾਲਾ ਕੋਈ ਵੀ ਹੋਵੇ, ਚਾਹੇ ਉਹ ਹਿੰਦੁਸਤਾਨੀ ਹੋਣ ਜਾਂ ਪਾਕਿਸਤਾਨੀ ਹੋਣ, ਉਹਦੇ ਚ ਮਰਨ ਵਾਲੇ ਲੋਕ ਤਾਂ ਇਨਸਾਨ ਸਨ, ਚਾਹੇ ਪਾਕਿਸਤਾਨੀ ਸਨ ਚਾਹੇ ਹਿੰਦੁਸਤਾਨੀ ਸਨ। ਪਰ ਹੁਣ ਇੱਥੇ ਇਹ ਗੱਲ ਹੈ ਕਿ ਇੱਥੇ ਸਾਡੇ ਲੀਡਰ ਨੇ ਉਹ ਆਪਣੀ ਰਾਜਨੀਤੀ ਦੇ ਲਈ, ਆਪਣੇ ਸਿਆਸੀ ਰੋਟੀਆਂ ਦੇ ਲਈ ਕਿੱਥੋਂ ਤੱਕ ਜਾ ਸਕਦੇ ਨੇ। ਇਹ ਸੱਚ ਸਾਡੇ ਸਾਹਮਣੇ ਆ ਰਿਹਾ ਹੈ ਕਿ ਹੁਣ ਕਿ ਜਦੋਂ ਉਹਨਾਂ ਨੂੰ ਤਾਂ ਬਰੀ ਕਰ ਦਿੱਤਾ, ਚਾਹੇ ਉਹ ਉਹਦੇ ਵਿੱਚ ਇਨਵੋਲਵ ਸਨ ਜਾਂ ਨਹੀਂ ਸਨ, ਪਰ ਜਿਹੜੇ ਉਹਦੇ ਚ ਮਰ ਗਏ ਨੇ ਕਿ ਉਹਨਾਂ ਨੂੰ ਇਸ ਤੋਂ ਇਨਸਾਫ ਮਿਲ ਸਕਿਆ ਅਜੇ ਤੱਕ, ਇਹ ਗੱਲ ਸੋਚਣ ਵਾਲੀ ਹੈ। ਤੁਸੀਂ ਤੇ ਜੋ ਮਰ ਗਏ ਨੇ ਉਹਨਾਂ ਦੀ ਗੱਲ ਕਰ ਰਹੇ ਜੋ, ਮੈਂ ਥੋੜਾ ਜਿਹਾ ਇਸ ਕੇਸ ਤੇ ਹੋਰ ਚਾਨਣ ਪਾਉਣਾ ਚਾਹੂੰਗਾ। ਸਵਾਮੀ ਅਸਮਨੰਦ 2007 ਮੱਕਾ ਮਸਜਿਦ ਬਲਾਸਟ ਵਿੱਚ ਅਕਿਊਜ਼ ਸੀ ਤੇ ਇਹਨਾਂ ਨੂੰ ਉਹਦੇ ਵਿੱਚ ਅਰੈਸਟ ਕੀਤਾ ਗਿਆ ਸੀ। NIA ਇਹਨਾਂ ਦੀ ਇਨਵੈਸਟੀਗੇਸ਼ਨ ਕਰ ਰਹੀ ਸੀ। ਜਦੋਂ ਇਹਨਾਂ ਨੇ ਖੁਲਾਸਾ ਕੀਤਾ ਕਿ ਹੋਰ ਬਲਾਸਟ ਦੀ ਗੱਲ ਕਰ ਰਿਹਾ ਮੈਂ, ਇਹਨਾਂ ਨੂੰ 2007 ਵਿੱਚ NIA ਨੇ ਫੜਿਆ ਗਿਆ ਸੀ। ਜਦੋਂ ਇਹਨਾਂ ਨੇ ਖੁਲਾਸਾ ਕੀਤਾ ਕਿ ਜਿਹੜਾ ਮਾਲੇਗਾਂਵ ਬਲਾਸਟ ਹੋਇਆ ਸੀ ਉਹਦੇ ਵਿੱਚ ਉਹ ਲੋਕ ਜਿਨ੍ਹਾਂ ਨੂੰ ਤੁਸੀਂ ਫੜਿਆ ਵਾ ਉਹ ਲੋਕ ਮੌਜੂਦ ਨਹੀਂ ਸੀ, ਉਹ 'ਚ ਕੋਈ ਹੋਰ ਮੌਜੂਦ ਸੀ, ਜਾਂ ਤੁਸੀਂ ਕਹਿ ਸਕਦੇ ਹੋ ਉਹਨਾਂ ਨੇ ਹਿੰਦੂ ਟੈਰਰਿਸਟ ਹਿੰਦੂ ਟੈਰਰਿਜ਼ਮ ਦਾ ਨਾਂ ਲਿਆ। ਤੇ ਉਦੋਂ NIA ਨੇ ਕੋਰਟ ਨੂੰ ਇਹ 9 ਬੰਦੇ ਸੀ ਜਿਨ੍ਹਾਂ ਨੂੰ ਉਹਦੇ ਵਿੱਚ ਚਾਰਜ ਕੀਤਾ ਗਿਆ ਸੀ, ਉਹਨਾਂ ਨੂੰ ਛੱਡਣ ਵਾਸਤੇ, ਜਾਂ ਫਿਰ ਉਹਨਾਂ ਦਾ ਛੱਡਣ ਦਾ ਰਾਹ ਕੋਰਟ ਚੋਂ ਕਲੀਅਰ ਹੋ ਗਿਆ। ਇੱਕ ਮੈਂ ਅਕਿਊਜ਼ ਦੀ ਜਿਨ੍ਹਾਂ ਦਾ ਕੀ ਨਾਂ ਨੂਰ ਅਲ ਹੁਦ, ਉਹਨਾਂ ਦਾ ਮੈਂ ਕਮੈਂਟ ਪੜ੍ਹ ਰਿਹਾ ਸੀ, ਉਹਨੇ 80 ਦਿਨਾਂ ਤੱਕ ਮੈਨੂੰ 3rd ਡਿਗਰੀ ਟੌਰਚਰ ਕੀਤਾ ਗਿਆ। 80 ਦਿਨਾਂ ਤੱਕ 3rd ਡਿਗਰੀ ਟੌਰਚਰ ਕੀਤਾ ਗਿਆ। ਹੁਣ 34 ਸਾਲ ਦੀ ਉਮਰ ਵਿੱਚ ਉਹ 10 ਸਾਲਾਂ ਬਾਅਦ ਕੋਰਟ ਜੇਲ੍ਹ ਤੋਂ ਰਿਹਾ ਹੋਏ ਨੇ। ਤੁਸੀਂ ਤਾਂ ਉਹਨਾਂ ਦੀ ਗੱਲ ਕਰ ਰਹੇ ਸੀ ਜਰਮਨਜੀਤ ਸਿੰਘ ਜੀ, ਮੈਂ ਇਹ ਨਹੀਂ ਕਹਿ ਰਿਹਾ ਕਿ ਚਲੋ ਜੋ ਵਿਚਾਰੇ ਦੁਨੀਆ ਚੋਂ ਰਹੇ ਨਹੀਂ ਉਹਨਾਂ ਦੀ ਤਾਂ ਅਸੀਂ ਅਜੇ ਉਹਨਾਂ ਦਾ ਜੋ ਨੁਕਸਾਨ ਹੋਇਆ ਜਾਂ ਉਹਨਾਂ ਦੀ ਫੈਮਲੀਆਂ ਨੇ ਜੋ ਨੁਕਸਾਨ ਹੋਇਆ ਵਾ ਉਹ ਤੋਂ ਕੋਈ ਪੂਰਾ ਹੀ ਨਹੀਂ ਕਰ ਸਕਦਾ। ਪਰ ਜਿਹੜੇ ਲੋਕਾਂ ਨੂੰ ਬਿਨਾਂ ਮਤਲਬ ਤੋਂ ਫਸਾਇਆ ਗਿਆ ਸੀ, ਇੰਨੀ ਵੱਡੀਆਂ ਇਨਵੈਸਟੀਗੇਸ਼ਨ ਏਜੰਸੀਆਂ ਹੋਣ, ATS, NIA, CBI, ਫਿਰ ਵੀ ਇਦਾਂ ਦਾ ਨੁਕਸਾਨ ਹੋਣਾ, ਇਦਾਂ ਦਾ ਗਲਤ ਫੈਸਲੇ ਲੈਣਾ ਇਹਨਾਂ ਇਨਵੈਸਟੀਗੇਸ਼ਨ ਏਜੰਸੀਆਂ ਵੱਲੋਂ ਕਿਤੇ ਨਾ ਕਿਤੇ ਇਹਨਾਂ ਦੇ ਕੰਮ ਤੇ ਕੁਐਸਚਨ ਚੱਕਦਾ ਹੈ। ਬਿਲਕੁਲ ਹਰਪ੍ਰੀਤ ਜੀ, ਜਿਹੜੀਆਂ CBI ਹੋਈ, NIA ਹੋਈ ਜਾਂ ਹੋਰ ਜਿਹੜੀਆਂ ਆਪਣੀ ਜਾਂਚ ਏਜੰਸੀਆਂ ਨੇ ਦੇਸ਼ ਦੀਆਂ ਵੱਡੀਆਂ, ਜਦੋਂ ਵੀ ਕਿਸੇ ਸਰਕਾਰ ਜਿਹੜੀ ਸੈਂਟਰ ਦੀ ਹੁੰਦੀ ਹੈ ਉਹਦੇ ਹਮੇਸ਼ਾ ਉਹਦੇ ਕਹਿ ਮੁਤਾਬਕ ਉਹ ਜਿਵੇਂ ਉਹ ਕਹਿੰਦਾ ਕਿ ਉਹਦਾ ਤੋਤਾ ਹੁੰਦਾ ਹੈ, ਉਹ ਹਮੇਸ਼ਾ ਪਹਿਲਾਂ ਵੀ ਆਇਆ ਸੀ ਕਿ ਸੁਪਰੀਮ ਕੋਰਟ ਨੇ ਕਿਹਾ ਸੀ ਕਿ CBI ਨੂੰ ਕੇਂਦਰ ਸਰਕਾਰ ਦਾ ਤੋਤਾ ਨਹੀਂ ਬਣਨਾ ਚਾਹੀਦਾ। ਤਾਂ ਇਵੇਂ ਤਰੀਕੇ ਜਿਵੇਂ ਪਹਿਲਾਂ UPA ਸਰਕਾਰ ਸੀ ਤਾਂ ਉਹ ਜਿਵੇਂ UPA ਸਰਕਾਰ ਕਹਿੰਦੀ ਸੀ ਉਵੇਂ ਕਰਦੀ ਸੀ ਏਜੰਸੀ, ਹੁਣ NDA ਸਰਕਾਰ ਗਈ ਤੇ ਇਹ ਏਜੰਸੀ ਉਵੇਂ ਹੀ ਕਰ ਰਹੀ ਹੈ। ਜਰਨਜੀਤ ਸਿੰਘ ਜੀ, ਇਸ ਕਰਕੇ ਹੋਈ ਜਾਂਦਾ ਕਿ ਉੱਥੇ ਅਜੇ ਇਹੋ ਜਿਹਾ ਪ੍ਰੋਵੀਜ਼ਨ ਨਹੀਂ ਹੈਗਾ ਕਿ ਕਿਸੇ ਨੂੰ ਗਲਤ ਕੇਸ 'ਚ ਫਸਾ ਕੇ ਜੇ 10 ਸਾਲ ਤੁਸੀਂ ਉਹਦੀ ਜ਼ਿੰਦਗੀ ਖਰਾਬ ਕਰ ਦਿੰਦੇ ਹੋ, ਤਾਂ ਉਹ ਜਿਹੜੇ ਲੋਕੀ ਜਿਨ੍ਹਾਂ ਨੇ ਉਹਦੇ ਵਿੱਚ ਤਸ਼ੱਦਦ ਕੀਤਾ ਹੈ ਸਰਕਾਰੀ ਮਸ਼ੀਨਰੀ ਰਾਹੀਂ, ਉਹਨਾਂ ਨੂੰ ਕਟਹਿਰੇ 'ਚ ਖੜਾ ਕੀਤਾ ਜਾ ਸਕਦਾ ਹੋਵੇ। ਤੇ ਜੇ ਉੱਥੇ ਇਹ ਕਾਨੂੰਨ ਹੋ ਜਾਏ ਕਿ ਹਾਂ ਉਹਨਾਂ ਨੂੰ ਜੇ ਬੰਦੇ ਨੂੰ ਬਰੀ ਕਰ ਦਿੱਤਾ ਜਾਂਦਾ, ਤਾਂ ਉਹਨਾਂ ਲੋਕਾਂ ਨੂੰ, ਚਾਹੇ ਉਹ ਰਾਜਸੀ ਲੋਕ ਨੇ ਚਾਹੇ ਉਹ ਐਡਮਿਨਿਸਟ੍ਰੇਸ਼ਨ ਦੇ ਵਿੱਚ ਲੋਕ ਨੇ, ਉਹਨਾਂ ਨੂੰ ਕਟਹਿਰੇ 'ਚ ਖੜਾ ਕੀਤਾ ਜਾ ਕੇ ਉਹਨਾਂ ਤੋਂ ਹਿਸਾਬ ਮੰਗਿਆ ਜਾ ਸਕਦਾ ਤੇ ਉਹ ਫਿਰ ਸ਼ਾਇਦ ਕੁਝ ਫਾਇਦਾ ਹੋ ਜਾਏ। ਬਿਲਕੁਲ ਜੀ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਕੋਈ ਕਾਨੂੰਨ ਇਹੋ ਜਿਹਾ ਪ੍ਰੋਵੀਜ਼ਨ ਹੋਣਾ ਚਾਹੀਦਾ, ਜ਼ਰੂਰੀ ਹੋਣਾ ਚਾਹੀਦਾ ਕਿ ਸਭ ਤੋਂ ਪਹਿਲਾਂ ਅਗਰ ਕਿਸੇ ਨੂੰ ਤੁਸੀਂ ਅਕਿਊਜ਼ ਠਹਿਰਾਉਂਦੇ ਜਾਂ ਉੱਤੇ ਕਾਰਵਾਈ ਕਰਦੇ, ਸਭ ਤੋਂ ਪਹਿਲਾਂ ਉਹ ਪੁਖਤਾ ਕਰ ਲਵੋ ਕਿ ਇਹ ਨਜਾਇਜ਼ ਹੈ ਕਿ ਜਾਇਜ਼ ਹੈ। ਉਸ ਤੋਂ ਬਾਅਦ ਹੀ ਉਸ ਦੇ ਖਿਲਾਫ ਕੋਈ ਕੇਸ ਚਲਾਉਣਾ ਚਾਹੀਦਾ ਜਾਂ ਉਹਨੂੰ ਹਿਰਾਸਤ ਵਿੱਚ ਰੱਖਣਾ ਚਾਹੀਦਾ। ਹੁਣ ਜਿਹੜੇ ਬੰਦੇ ਨੂੰ 10 ਸਾਲ ਜਾਂ 20-25 ਸਾਲ ਹਿਰਾਸਤ ਵਿੱਚ ਨਜਾਇਜ਼ ਰੱਖ ਲਿਆ, ਉਹਨੂੰ ਬਾਅਦ ਵਿੱਚ ਕਹਿ ਦਿਓ ਕਿ ਬਰੀ ਹੋ ਗਿਆ, ਹੁਣ ਉਹਦੀ ਜਿਹੜੀ 20-25 ਸਾਲ ਉਮਰ ਹੈ ਉਹ ਤਾਂ ਉਹਦੀ ਜ਼ਿੰਦਗੀ ਖਰਾਬ ਹੋ ਗਈ। ਹੁਣ ਉਹਦਾ ਦੇਣਦਾਰ ਕੌਣ ਹੋਵੇਗਾ? ਇਹ ਵਾਕਈ ਇਹਦੇ ਵਿੱਚ ਇੱਕ ਕਾਨੂੰਨ, ਇੱਕ ਮੱਦ ਰੱਖਣੀ ਚਾਹੀਦੀ ਆ ਤੇ ਉਹ ਜਿਹੜੇ ਦੋਸ਼ੀ ਲੋਕ ਆ ਜਿਨ੍ਹਾਂ ਨੇ ਨਜਾਇਜ਼ ਫਸਾਇਆ ਉਹਨਾਂ ਨੂੰ ਵੀ ਇਹਦੀ ਸਜ਼ਾ ਹੋਣੀ ਚਾਹੀਦੀ ਆ। ਇਹੋ ਜਿਹਾ ਇੱਕ ਕਾਨੂੰਨ ਹੋਣਾ ਚਾਹੀਦਾ। ਕੀ ਅਸੀਂ ਉਹਨਾਂ ਕਾਨੂੰਨ ਦੀ ਵੇਟ ਕਰਦੇ ਰਹਾਂਗੇ ਜਾਂ ਫਿਰ ਜੋ ਲੋਕ ਅਜੇ ਵੀ ਇਸ ਚੀਜ਼ ਦਾ ਸ਼ਿਕਾਰ ਹੋ ਰਹੇ ਨੇ ਉਹਨਾਂ ਦੀ ਮਦਦ ਵਾਸਤੇ ਕੋਈ ਕਾਨੂੰਨ ਵਿੱਚ ਚੇਂਜ ਦੀ ਡਿਮਾਂਡ ਹੋਊਗੀ, ਜਾਂ ਅਜੇ ਬਹੁਤ ਚਿਹਰਿਆ ਜੇ ਅਸੀਂ ਉਮੀਦ ਕਰ ਸਕੀਏ ਕਿ ਇਦਾਂ ਦੀ ਚੇਂਜ ਇੰਡੀਅਨ ਕਾਨੂੰਨ ਵਿੱਚ ਵੇਖਣ ਨੂੰ ਮਿਲੂਗੀ? ਹਰਪ੍ਰੀਤ ਜੀ, ਮੈਨੂੰ ਨਹੀਂ ਲੱਗਦਾ ਕਿ ਇਹੋ ਜਿਹੀ ਭਾਜੀ ਬਹੁਤ ਦੇਰ ਹੈ, ਇੰਨੀ ਜਲਦੀ ਇਹ ਚੀਜ਼ ਦਾ ਡਿਸੀਜਨ ਲੈਣਾ, ਕਿਉਂਕਿ ਇੱਥੇ ਪੋਲੀਟੀਕਲ ਸਿਸਟਮ ਬਹੁਤ ਜ਼ਿਆਦਾ ਕਰਪਟ ਹੈ। ਸਿਰਫ ਵੋਟ ਬੈਂਕ ਦੀ ਹਰ ਬੰਦਾ ਰਾਜਨੀਤੀ ਕਰਦਾ ਵਾ, ਤੇ ਮੈਂ ਨਹੀਂ ਸਮਝਦਾ ਕਿ ਜਿੱਦਾਂ ਆਪਾਂ ਗੱਲਾਂ ਕਰਦੇ ਪਏ ਕਿ ਕਾਨੂੰਨ ਜਲਦੀ ਤੋਂ ਜਲਦੀ ਬਣ ਜਾਵੇ, ਉਹ ਏਦਾਂ ਹੀ ਬਣਾ ਦੇਣਗੇ। ਇੱਥੇ ਕੋਈ ਵੀ ਕਾਨੂੰਨ ਜਿਹੜਾ ਬਣਦਾ ਵਾ ਉਹ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ, ਮੈਂ ਕੋਈ ਇੱਕ ਦਾ ਨਾਮ ਨਹੀਂ ਲੈਂਦਾ, ਮੈਂ ਦੋ ਦਾ ਨਹੀਂ ਲੈਂਦਾ, ਮੈਂ ਸਾਰੀਆਂ ਦਾ ਹੀ ਲੈਂਦਾ ਵਾ
ਉਹ ਉਹੀ ਕਾਨੂੰਨ ਬਣਾਉਂਦੀਆਂ ਜਾਂ ਬਣਾਉਣਾ ਚਾਹੁੰਦੀਆਂ ਜਿਹਦੇ ਨਾਲ ਕਿਤੇ ਨਾ ਕਿਤੇ ਜਿਹੜਾ ਸਰੋਕਾਰ ਹੈਗਾ ਉਹ ਉਹਨਾਂ ਦੇ ਵੋਟ ਬੈਂਕ ਨਾਲ ਹੋਵੇ। ਬਾਕੀ ਲੋਕਾਂ ਦਾ ਭਲਾਈ ਨੂੰ ਲੈ ਕੇ ਕੋਈ ਇੱਥੇ ਕਾਨੂੰਨ ਬਣਾਉਣਾ ਉਹ ਹਜੇ ਉਦਾਂ ਦਾ ਟ੍ਰੈਂਡ ਨਹੀਂ ਚੱਲਿਆ। ਹਰਪ੍ਰੀਤ ਜੀ, ਮੈਨੂੰ ਤਾਂ ਬਿਲਕੁਲ ਉਮੀਦ ਨਹੀਂ ਹੈਗੀ ਇਹੋ ਜਿਹਾ ਇੱਕ ਇੱਥੇ ਕੋਈ ਕਾਨੂੰਨ ਬਣੇਗਾ। ਕਾਨੂੰਨ ਅਸਲ ਦੇ ਵਿੱਚ ਪੋਲੀਟੀਕਲ ਮੂਵ ਨਾਲ ਬਣ ਰਹੇ ਨੇ, ਸੰਵਿਧਾਨਕ ਲੋੜਾਂ ਮੁਤਾਬਕ ਨਹੀਂ ਬਣ ਰਹੇ। ਜਦੋਂ ਐਨਡੀਏ ਸਰਕਾਰ ਆ ਜਾਂਦੀ ਹੈ ਕਾਨੂੰਨ ਸੋਧਾ ਉਸ ਦਿਸ਼ਾ 'ਚ ਹੋ ਜਾਂਦੀਆਂ, ਜਦੋਂ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਆ ਜਾਂਦੀ ਹੈ ਕਾਨੂੰਨ ਸੋਧਾ ਉਸ ਦਿਸ਼ਾ 'ਚ ਹੋ ਜਾਂਦੀਆਂ। ਸੋਧਾ ਕਿਉਂਕਿ ਪਾਰਲੀਮੈਂਟ ਨੇ ਹੀ ਕਰਨੀਆਂ ਵਾ, ਅਦਾਲਤਾਂ ਨੇ ਉਹਨਾਂ ਨੂੰ ਐਪਲੀਕੇਬਲ ਹੀ ਕਰਨਾ, ਅਦਾਲਤਾਂ ਨੇ ਕਾਨੂੰਨ ਦੇ ਮੁਤਾਬਕ ਉਹਨਾਂ ਦੀ ਵਿਆਖਿਆ ਹੀ ਕਰਨੀ ਹੈ। ਪਰ ਫਿਰ ਵੀ ਭਾਰਤੀ ਨਿਆਂ ਵਿਵਸਥਾ ਦੇ ਵਿੱਚ ਉਹ ਵਿਆਖਿਆ ਸੱਚਮੁੱਚ ਕਾਨੂੰਨ ਦੇ ਤਹਿਤ ਹੀ ਹੋਵੇ, ਇਹ ਵੀ ਆਪਣੇ ਆਪ ਵਿੱਚ ਪ੍ਰੋਬਲਮੈਟਿਕ ਹੈ ਕਿਉਂਕਿ ਪੋਲੀਟੀਕਲ ਦਬਦਬਾ ਸਾਡੇ ਜੱਜਾਂ ਉੱਤੇ ਵੀ ਪੈ ਜਾਂਦਾ ਹੈ ਔਰ ਅਸੀਂ ਜੱਜਾਂ ਨੂੰ ਵੀ ਇਨਸਾਨਾਂ ਦੇ ਤੌਰ ਤੇ ਹੀ ਬਿਹੇਵ ਕਰੀਏ। ਅਸੀਂ ਉਹਨਾਂ ਨੂੰ ਕੋਈ ਸੁਪਰ ਪਾਵਰ ਨਹੀਂ ਮੰਨ ਸਕਦੇ ਕਿ ਉਹਨਾਂ ਦੇ ਉੱਤੇ ਬਾਹਰੀ ਪ੍ਰਭਾਵ ਪੈ ਨਹੀਂ ਸਕਦੇ ਕਿਉਂਕਿ ਅਜੇ ਤਾਜ਼ਾ ਘਟਨਾ ਹੀ ਹੈ ਕਿ ਪ੍ਰਧਾਨ ਮੰਤਰੀ ਦੀ ਹਾਜ਼ਰੀ ਦੇ ਵਿੱਚ ਸਾਡੇ ਚੀਫ ਜਸਟਿਸ ਸੱਚਮੁੱਚ ਗਲੋਪ ਹੈ ਤੇ ਜੋ ਹਾਲਾਤ ਬਣ ਗਏ ਨੇ ਇਸ ਦੇਸ਼ ਦੇ, ਤੁਸੀਂ ਸਾਡੇ ਤੋਂ ਇਨਸਾਫ ਦੀ ਭਾਲ ਕਰਦੇ ਹੋ ਪਰ ਸਾਡੇ ਕੋਲ ਇਨਸਾਫ ਕਰਨ ਲਈ ਤੇ ਟਾਈਮ ਤੱਕ ਨਹੀਂ ਤੁਸੀਂ ਸਾਨੂੰ ਦਿੰਦੇ। ਇਸ ਕਰਕੇ ਕਾਨੂੰਨ ਦੀ ਵਿਆਖਿਆ ਕਾਨੂੰਨ ਸੰਗਤ ਹੋਵੇ, ਇਹ ਵੀ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਸਮੱਸਿਆ ਭਾਰਤ ਦੇ ਵਿੱਚ ਬਣ ਜਾਂਦੀ ਹੈ ਕਿਉਂਕਿ ਕਾਨੂੰਨ ਦੀ ਵਿਆਖਿਆ ਕਾਨੂੰਨ ਦੀ ਪੇਸ਼ਕਾਰੀ ਜਿਸ ਢੰਗ ਨਾਲ ਹੁੰਦੀ ਹੈ, ਜਿੰਨੇ ਪ੍ਰਭਾਵ ਪੈਂਦੇ ਨੇ ਜੱਜਾਂ ਤੇ ਉਹ ਵੀ ਕਦੇ ਕਦੇ ਸਾਡਾ ਨੁਕਸਾਨ ਕਰਦੇ ਨੇ। ਹਰਪ੍ਰੀਤ ਜੀ, ਮੈਂ ਬਿਲਕੁਲ ਉਮੀਦ ਨਹੀਂ ਕਰਦਾ ਕਿ ਇਸ ਤਰ੍ਹਾਂ ਦਾ ਕਾਨੂੰਨ ਕੋਈ ਵੀ ਪੋਲੀਟੀਕਲ ਪਾਰਟੀ ਜਿਹੜੀ ਹੈਗੀ ਆ ਉੱਥੇ ਲਿਆਉਣ ਵੀ ਦਊਗੀ ਜਾਂ ਗੱਲ ਵੀ ਕਰਨ ਦਊਗੀ ਕਿਉਂਕਿ ਇਹ ਆਪਣੇ ਜਿਹੜੇ ਵਿਰੋਧੀ ਲੋਕ ਹੈਗੇ ਨੇ ਜਾਂ ਜਿਨ੍ਹਾਂ ਨੂੰ ਇਹ ਦਬਾਉਣਾ ਚਾਹੁੰਦੇ ਨੇ ਉਹਨਾਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਜੇਲ੍ਹਾਂ ਵਿੱਚ ਡੱਕ ਕੇ ਰੱਖਣਾ ਬੜੀ ਆਮ ਗੱਲ ਹੈਗੀ ਆ ਪੋਲੀਟੀਕਲ ਪਾਰਟੀਆਂ ਵਾਸਤੇ ਜਾਂ ਕਿਸੇ ਕਮਿਊਨਿਟੀ ਨੂੰ ਦਬਾਉਣ ਵਾਸਤੇ ਜਾਂ ਕਿਸੇ ਮੂਵਮੈਂਟ ਨੂੰ ਦਬਾਉਣ ਵਾਸਤੇ। ਇਹ ਅਕਸਰ ਇਹਨਾਂ ਦਾ ਹੈਗਾ ਕਿ ਬਿਨਾਂ ਕਿਸੇ ਵੀ ਕੇਸ ਤੋਂ ਬਿਨਾਂ ਕਿਸੇ ਪ੍ਰੂਫ ਤੋਂ ਜਿਹੜੇ ਹੈਗੇ ਜੇਲ੍ਹਾਂ ਦੇ ਵਿੱਚ ਡੱਕ ਦਿੱਤੇ ਜਾਂਦੇ, ਜਿਹਦੀ ਇੱਕ ਬਹੁਤ ਵੱਡੀ ਐਗਜ਼ਾਮਪਲ ਪੰਜਾਬ ਦੇ ਜਿਹੜੇ ਸਿੱਖ ਪ੍ਰਿਜ਼ਨਰਸ ਹੈਗੇ ਨੇ, ਸਿੱਖ ਰਾਜ ਬੰਦੀ ਹੈਗੇ ਨੇ, ਉਹ ਅਜੇ ਤੱਕ ਦੇ 25 ਸਾਲ ਤੋਂ ਜੇਲ੍ਹਾਂ ਦੇ ਵਿੱਚ ਹੈਗੇ ਨੇ। ਉਹਨਾਂ ਦੇ ਉੱਪਰ 10 12 15 ਸਾਲ ਕਈ ਲੋਕ ਨੇ ਜਿਨ੍ਹਾਂ ਦੇ ਉੱਪਰ ਅਜੇ ਤੱਕ ਕੇਸ ਵੀ ਜਿਹੜੇ ਹੈਗੇ ਆ ਉਹ ਪ੍ਰੂਵ ਨਹੀਂ ਹੋ ਪਾਏ ਕਿ ਹਾਂ ਇਹਨਾਂ ਦਾ ਕਿਤੇ ਇਨਵੋਲਵਮੈਂਟ ਸੀਗੀ ਵੀ ਜਾਂ ਨਹੀਂ ਸੀਗੀ। ਉਹਨਾਂ ਨੂੰ 15 20 ਸਾਲ 25 ਸਾਲ ਜੇਲ੍ਹਾਂ ਵਿੱਚ ਰੱਖ ਲੈਂਦੇ ਨੇ। ਇਹ ਕਦੀ ਵੀ ਨਹੀਂ ਹੋਣ ਦੇਣਗੇ ਉੱਥੇ ਇੰਡੀਆ ਦੇ ਵਿੱਚ ਕਿਉਂਕਿ ਇਹਨਾਂ ਨੇ ਇੱਕ ਆਪਣੇ ਤਰੀਕੇ ਦਾ ਆਪਣੀ ਕਨਵੀਨੀਅੰਸ ਵਾਸਤੇ ਇੱਕ ਸਿਸਟਮ ਬਣਾਇਆ ਹੋਇਆ ਕਿ ਜਦੋਂ ਜੀ ਚਾਹੋ ਜਿਹਨੂੰ ਚਾਹੋ ਉਹਨੂੰ ਕਿਸੇ ਨਾ ਕਿਸੇ ਕੇਸ ਦੇ ਵਿੱਚ ਫਸਾ ਕੇ ਅੰਦਰ ਕਰ ਦਿਓ। ਸਾਰੀਆਂ ਸਰਕਾਰਾਂ ਕਰਦੀਆਂ ਇਹਦੇ 'ਚ, ਕਾਂਗਰਸ ਨੂੰ ਬਾਹਰ ਆਪਾਂ ਨਹੀਂ ਕੱਢ ਸਕਦੇ, ਬੀਜੇਪੀ ਨੂੰ ਬਾਹਰ ਨਹੀਂ ਕੱਢ ਸਕਦੇ, ਪੰਜਾਬ ਦੇ ਵਿੱਚ ਬਾਦਲ ਸਰਕਾਰ ਵੀ ਕਰਦੀ ਹੈ। ਇੱਥੇ ਤੱਕ ਵੀ ਕਿ ਮੀਡੀਆ ਵਾਲਿਆਂ ਨੂੰ ਵੀ ਝੂਠੇ ਕੇਸਾਂ ਵਿੱਚ ਫਸਾ ਦਿੱਤਾ ਜਾਂਦਾ ਜਾਂ ਜਿਹੜੇ ਲੋਕ ਉਹਨਾਂ ਦੇ ਖਿਲਾਫ ਬੋਲਦੇ ਨੇ ਉਹਨਾਂ ਨੂੰ ਝੂਠੇ ਕੇਸਾਂ ਦੇ ਵਿੱਚ ਫਸਾ ਦਿੱਤਾ ਜਾਂਦਾ। ਇੱਕ ਵਾਰ ਤੇ ਹਰਾਸ ਜ਼ਰੂਰ ਕਰ ਦਿੱਤਾ ਜਾਂਦਾ 6 ਮਹੀਨੇ ਸਾਲ 2 ਸਾਲ ਵਾਸਤੇ, ਬੇਸ਼ੱਕ ਬਾਅਦ ਦੇ ਵਿੱਚ ਉਹ ਬੰਦਾ ਛੁੱਟ ਜਾਵੇ। ਇਹ ਜਿਹੜੀ ਪੁਲਿਸ ਪ੍ਰਸ਼ਾਸਨ ਦੀ ਔਰ ਜੇਲ੍ਹ ਦੀ ਜਿਹੜੀ ਦੁਰਵਰਤੋਂ ਹੈ ਇੰਡੀਆ ਦੇ ਵਿੱਚ, ਮੈਨੂੰ ਨਹੀਂ ਲੱਗਦਾ ਕਿ ਇਹਨੂੰ ਜਿਹੜਾ ਹੈਗਾ ਪੋਲੀਟੀਕਲ ਪਾਰਟੀਆਂ ਕਦੀ ਵੀ ਰੋਕਣ ਵਾਸਤੇ ਕੋਈ ਬਿੱਲ ਜਾਂ ਕੋਈ ਕਾਨੂੰਨ ਲੈ ਕੇ ਆਉਣਗੀਆਂ। ਇਹੋ ਜੀ ਕੋਈ ਗੱਲ ਨਹੀਂ ਕੁਲਵੀਰ ਜੀ, ਆਸ਼ਾਵੰਦ ਹੋਣਾ ਚਾਹੀਦਾ ਹੈ ਕਿਉਂਕਿ ਹੋਰ ਥਾਵਾਂ ਤੇ ਵੀ ਬਹੁਤ, ਜੇ ਕਿਸੇ ਆਪਾਂ ਚੰਗੇ ਮੁਲਕਾਂ ਦੀ ਗੱਲ ਕਰੀਏ, ਬੜੀ ਲੰਬੀ ਸਟਰਗਲ ਤੋਂ ਬਾਅਦ ਹੀ ਇਹੋ ਜਿਹੇ ਚੰਗੇ ਪ੍ਰਬੰਧ ਹੋਏ ਨੇ। ਕਿਉਂਕਿ ਤੁਸੀਂ ਦੇਖੋ ਭਾਵੇਂ ਜੁਡੀਸ਼ਰੀ ਹੈ ਤੇ ਭਾਵੇਂ ਲੋਕ ਹੈ, ਹੁਣ ਉਹ ਪਹਿਲਾਂ ਵਾਲੀ ਗੱਲ ਅੱਜ ਤੋਂ 20 ਸਾਲ ਵਾਲੀ ਨਹੀਂ ਰਹੀ ਹੈ ਕਿ ਲੋਕੀ ਸਵਾਲ ਕਰਦੇ ਨੇ। ਜਿਵੇਂ ਉਹ ਉੱਤਰਾਖੰਡ ਦੀ ਗੱਲ ਕਰਦਾ ਮੈਂ, ਉੱਥੇ ਉਹਨਾਂ ਨੇ ਸਰਕਾਰ ਤੋੜੀ ਹੈ, ਭਾਵੇਂ ਉਹਨੂੰ ਅਪਹੋਲਡ ਕਰ ਦਿੱਤਾ ਹੈ ਸੁਪਰੀਮ ਕੋਰਟ ਨੇ, ਤਾਂ ਸੁਪਰੀਮ ਕੋਰਟ ਨੇ ਨਾਲ ਸਰਕਾਰ ਨੂੰ ਸਵਾਲ ਵੀ ਪੁੱਛੇ ਨੇ ਕਿ ਆਹ ਗੱਲਾਂ ਕਿਉਂ ਨਹੀਂ ਕੀਤੀਆਂ ਗਈਆਂ। ਅੱਜ ਤੋਂ 20 ਸਾਲ ਪਹਿਲਾਂ ਏਦਾਂ ਹੁੰਦਾ ਸੀ ਕਿ ਚੁੱਪਚਾਪ ਕੋਰਟ ਫੈਸਲੇ ਦੇ ਦਿੰਦੇ ਸੀ, ਪਰ ਹੁਣ ਉਹ ਗੱਲਾਂ ਨਹੀਂ ਰਹੀਆਂ ਹੈਗੀਆਂ। ਇਸ ਕਰਕੇ ਆਸ਼ਾਵੰਦ ਹੋਣਾ ਚਾਹੀਦਾ ਹੈ। ਅਜੀਤ ਜੀ, ਜਦੋਂ ਤੱਕ ਪੋਲੀਟੀਕਲ ਸਿਸਟਮ ਚੇਂਜ ਨਹੀਂ ਹੋਣਾ, ਜਦੋਂ ਤੱਕ ਪੋਲੀਟੀਕਲ ਸਿਸਟਮ ਚੇਂਜ ਨਹੀਂ ਹੋਣਾ, ਜਦੋਂ ਤੱਕ ਇਹ ਰਾਜਨੇਤਾ ਜਿਹੜੇ ਕੁਰਸੀਆਂ ਤੇ ਬੈਠੇ ਆ ਇਹ ਚੇਂਜ ਨਹੀਂ ਹੋਣਾ, ਜਦੋਂ ਤੱਕ ਇਹ ਖਾਨਦਾਨੀ ਗੱਦੀਆਂ ਚੱਲੀਆਂ ਆਉਂਦੀਆਂ ਚੇਂਜ ਨਹੀਂ ਹੋਣੀਆਂ, ਜਦੋਂ ਤੱਕ ਕਰਪਟ ਲੋਕਾਂ ਦਾ ਕਬਜ਼ਾ ਦੇਸ਼ ਤੋਂ ਨਹੀਂ ਹਟਣਾ, ਬਿਲਕੁਲ ਨਹੀਂ ਉਮੀਦ ਕੀਤੀ ਜਾ ਸਕਦੀ ਕਿ ਇਸ ਦੇਸ਼ ਦੇ ਵਿੱਚ ਕੋਈ ਚੱਜ ਦਾ ਕਾਨੂੰਨ ਬਣ ਜਾਊਗਾ। ਇਹ ਲੋਕ ਪਰੇ ਹਟ ਜਾਣ, ਇਹਨਾਂ ਲੋਕਾਂ ਨੂੰ ਗੱਦੀਆਂ ਤੋਂ ਲਾ ਕੇ ਕਿਤੇ ਪਰੇ ਸਿੱਟ ਦਿੱਤਾ ਜਾਵੇ,
ਫਿਰ ਉਮੀਦ ਕੀਤੀ ਜਾ ਸਕਦੀ ਹੈ ਕਿ ਕੋਈ ਉੱਥੇ ਕੋਈ ਚੰਗਾ ਕਦਮ ਜਿਹੜਾ ਚੁੱਕਿਆ ਜਾ ਸਕਦਾ। ਪਰ ਜਿੰਨੀ ਦੇਰ ਇਹ ਲੋਕ ਕੁਰਸੀਆਂ ਦੇ ਉੱਪਰ ਕਾਬਜ਼ ਨੇ, ਪ੍ਰਧਾਨਗੀਆਂ ਦੇ ਉੱਪਰ ਕਾਬਜ਼ ਨੇ, ਵੱਡੀਆਂ ਵੱਡੀਆਂ ਅਹੁਦਿਆਂ ਤੇ ਕਾਬਜ਼ ਨੇ, ਇਹ ਕਦੀ ਵੀ ਇਹੋ ਜਿਹੇ ਕਾਨੂੰਨ ਨਹੀਂ ਬਣ ਦੇਣਗੇ ਜਿਹੜੇ ਕਿ ਆਮ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਦੇ ਹੋਣ। ਕੁਲਵੀਰ ਜੀ, ਮੈਂ ਤਾਂ ਨਵੇਂ ਕਾਨੂੰਨ ਬਣਾਉਣ ਦੇ ਹੱਕ ਵਿੱਚ ਹੀ ਨਹੀਂ ਹੈਗਾ ਕੁਲਵੀਰ ਜੀ। ਮੈਂ ਤਾਂ ਸਿੰਪਲ ਇੰਨਾ ਜਾਣਨਾ ਵਾ ਕਿ ਜਿਹੜੇ ਪੁਰਾਣੇ ਕਾਨੂੰਨ ਵੀ ਹੈਗੇ ਆ, ਜੇ ਆਪਾਂ ਇੰਨਾ ਕਿ ਇਹ ਪੋਲੀਟੀਕਲ ਲੋਕ ਕਰਨ ਕਿ ਉਹਦੇ ਵਿੱਚ ਆਪਣੀ ਇੰਟਰਫੇਰੈਂਸ ਬੰਦ ਕਰ ਦੇਣ ਤੇ ਪੁਲਿਸ ਤੇ ਲਾਅ ਐਨਫੋਰਸਮੈਂਟ ਏਜੰਸੀਜ਼ ਜਿਹੜੀਆਂ ਹੈਗੀਆਂ ਵਾ ਉਹਨਾਂ ਨੂੰ ਆਪਣਾ ਕੰਮ ਕਰਨ ਦੇਣ, ਉਹੀ ਇਹਨਾਂ ਲਈ ਬਹੁਤ ਵੱਡੀ ਸਾਡੇ ਲੋਕਾਂ ਲਈ ਸੁਹਾਗ ਵਾਲੀ ਗੱਲ ਹੋਏਗੀ। ਬਰਲਾਜ ਜੀ ਇਹੀ ਤਾਂ ਤਰਾਸਦੀ ਆ ਕਿ ਸਾਡੀਆਂ ਪੋਲੀਟੀਕਲ ਪਾਰਟੀਆਂ ਨੇ, ਉਹਨਾਂ ਨੇ CBI ਜਾਂ NI ਜਾਂ ਹੋਰ ਜਾਂਚ ਏਜੰਸੀਆਂ ਜਾਂ ਸਾਡੀ ਨਿਆਂ ਪ੍ਰਣਾਲੀ ਨੂੰ ਆਪਣਾ ਹੱਥ ਠੋਕਾ ਬਣਾ ਲਿਆ। ਜਦੋਂ ਉਹਨਾਂ ਦੀ ਸਰਕਾਰ ਆਉਂਦੀ ਹੈ ਆਪਣਾ ਹੱਥ ਠੋਕਾ ਬਣਾ ਕੇ ਚਲਾਉਂਦੀ, ਜਿਵੇਂ ਉਹ ਕਹਿੰਦੇ ਨੇ ਉਵੇਂ ਉਹ ਸਭ ਕੁਝ ਹੁੰਦਾ ਹੈ। ਹੁਣ ਇਹੀ ਤਾਂ ਤਰਾਸਦੀ ਹੈ ਕਿ ਇਹ ਪੋਲੀਟੀਕਲ ਪਾਰਟੀਆਂ ਕਿਵੇਂ ਇਨਵੋਲਵਮੈਂਟ ਆਪਣੀ ਕਿਵੇਂ ਜਿਹੜੀ ਇਹਨਾਂ ਦੀ ਦਖਲਅੰਦਾਜ਼ੀ ਬੰਦ ਕਰਨ, ਕਿਉਂਕਿ ਇੱਥੇ ਇੱਕ ਅਜਿਹਾ ਕਾਨੂੰਨ ਇਹ ਪ੍ਰੋਵੀਜ਼ਨ ਹੋਣ ਦੀ ਬਹੁਤ ਸਖਤ ਜ਼ਰੂਰਤ ਆ। ਚਾਹੇ ਇਹ ਬਣ ਦੇਣ, ਚਾਹੇ ਸਾਨੂੰ ਆਸ਼ਵਾਨ ਤਾਂ ਜਿਵੇਂ ਸਾਡੇ ਅਜੀਤ ਜੀ ਨੇ ਕਿਹਾ ਕਿ ਆਸ਼ਵਾਨ ਹੋਣਾ ਚਾਹੀਦਾ ਹੈ, ਬਣਨਾ ਨਾ ਬਣਨਾ ਉਹ ਬਾਅਦ ਦੀ ਗੱਲ ਹੈ। ਪਰ ਹੁਣ ਇਹਨਾਂ ਦੀ ਦਖਲਅੰਦਾਜ਼ੀ ਤਾਂ ਹੀ ਬੰਦ ਹੋ ਸਕਦੀ ਨਾ ਜੇ ਇਹਨਾਂ ਦੇ ਸਿਰ ਤੇ ਕੋਈ ਤਲਵਾਰ ਲਟਕੀ ਹੋਵੇ ਕਿ ਹਾਂ ਕਿ ਕੱਲ ਨੂੰ ਅਸੀਂ ਅਗਰ ਝੂਠੇ ਪਾਏ ਗਏ ਤਾਂ ਸਾਨੂੰ ਸਜ਼ਾ ਮਿਲ ਸਕਦੀ ਹੈ। ਸਾਨੂੰ ਆਸ਼ਾਵਾਦੀ ਹੋਣਾ ਚਾਹੀਦਾ, ਮੈਂ ਮੰਨਦਾ ਹੋਣਾ ਚਾਹੀਦਾ ਸਾਨੂੰ ਆਸ਼ਾਵਾਦੀ। ਅਜੀਤ ਜੀ ਦੀ ਗੱਲ ਇਹਦੇ ਵਿੱਚ ਕੋਈ ਦੋਰਾਵਾਂ ਨਹੀਂ, ਗਲਤ ਵੀ ਨਹੀਂ ਆਏ ਰਾਏ, ਪਰ ਸਾਨੂੰ ਇਹ ਵੀ ਵੇਖਣਾ ਚਾਹੀਦਾ ਕਿ ਨਿਆਂ ਵਿਵਸਥਾ ਦੇ ਵਿੱਚ ਤਾਂ ਸਰਕਾਰਾਂ ਦਖਲ ਦਿੰਦੀਆਂ ਲੁਕਵੀਂ ਸ਼ਕਲ ਦੇ ਵਿੱਚ, ਹਾਲਾਂਕਿ ਹੌਲੀ ਹੌਲੀ ਉਹ ਵੀ ਜ਼ਾਹਰ ਹੋ ਜਾਂਦਾ ਕਿ ਕਿਵੇਂ ਦਿੰਦੀਆਂ। ਪਰ ਜਿਸ ਤਰੀਕੇ ਦੇ ਨਾਲ ਸਾਡੇ ਦੇਸ਼ ਦੇ ਵਿੱਚ ਵਰਤਾਰਾ ਚੱਲ ਰਿਹਾ ਹੈ, ਪ੍ਰਧਾਨ ਮੰਤਰੀ PV ਨਰਸਿਮਹਾ ਰਾਓ ਤੋਂ ਲੈ ਕੇ ਮੋਦੀ ਤੱਕ ਜਿਹੜੇ ਬਹੁਤ ਬੋਲਦੇ ਨੇ ਤੇ ਨਰਸਿਮਹਾ ਰਾਓ ਸਭ ਤੋਂ ਘੱਟ ਬੋਲਣ ਵਾਲੇ ਮੰਨੇ ਜਾਂਦੇ ਸੀ, ਪਰ ਜੇ ਇੱਕ ਗੱਲ ਦੇਖੀ ਜਾਵੇ ਤਾਂ ਸਾਰੇ ਪ੍ਰਧਾਨ ਮੰਤਰੀਆਂ ਦੇ ਵਿੱਚ ਇਹ ਸਾਂਝ ਹੈ ਕਿ ਉਹ ਪੋਲੀਟੀਕਲ ਇਸ਼ੂ ਦੇ ਉੱਤੇ, ਜੈਨੂਅਨ ਇਸ਼ੂ ਦੇ ਉੱਤੇ ਚੁੱਪ ਵੱਟਦੇ ਨੇ ਤੇ ਬੇਕਾਰ ਇਸ਼ੂਆਂ ਦੇ ਉੱਤੇ ਮੋਦੀ ਜੀ ਜ਼ਿਆਦਾ ਬੋਲਦੇ ਨੇ। ਹੁਣ ਦੇਸ਼ ਦੇ ਵਿੱਚ ਆਪ ਉਹ ਗੱਲਾਂ ਨਹੀਂ ਕਰਦੇ, ਪਰ ਗਿਰੀਰਾਜ ਸਿੰਘ ਵਰਗਿਆਂ ਨੂੰ ਉਹਨਾਂ ਨੇ ਛੱਡ ਰੱਖਿਆ ਕਿ ਜੋ ਮਰਜ਼ੀ ਤੁਸੀਂ ਬਕਵਾਸ ਕਰ ਸਕਦੇ ਹੋ। ਥੋੜੇ ਤਾਜ਼ੀ ਇੱਕ ਘਟਨਾ ਹੈ ਕਿ ਇੱਕ ਸਾਧਵੀ ਪ੍ਰਾਚੀ ਆ, ਉਹ ਕਹਿੰਦੀ ਕਿ ਸੰਸਦ ਦੇ ਵਿੱਚ ਅੱਤਵਾਦੀ ਬੈਠੇ ਨੇ। ਜਦੋਂ ਉਹਨੂੰ ਕਿਹਾ ਜਾਂਦਾ ਕਿ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਹੈ ਕਿ ਤੂੰ ਚੁਣੇ ਹੋਏ ਲੋਕਾਂ ਨੂੰ ਆਤੰਕਵਾਦੀ ਕਹਿ ਰਹੀ ਆ, ਉਹ ਕਹਿੰਦੀ ਮੈਂ ਤਾਂ ਦੇਸ਼ ਦੀ ਬੇਟੀ ਆ, ਮੈਂ ਆਪਣੇ ਬਿਆਨ ਤੋਂ ਪਿੱਛੇ ਨਹੀਂ ਹਟਾਂਗੀ। ਉਦੋਂ ਦੇਸ਼ ਦੀ ਬੇਟੀ ਕਹਿ ਕੇ ਜਦੋਂ ਤੁਸੀਂ ਰਾਸ਼ਟਰਵਾਦ ਫੈਲਾਉਂਦੇ ਹੋ, ਪ੍ਰਧਾਨ ਮੰਤਰੀ ਨੂੰ ਮਨ ਕੀ ਬਾਤ ਉਦੋਂ ਕਰਨੀ ਚਾਹੀਦੀ ਹੈ, ਪਰ ਪ੍ਰਧਾਨ ਮੰਤਰੀ ਸਵੱਛ ਇੰਡੀਆ ਹੋਰ ਪਤਾ ਨਹੀਂ ਕਿਹੜੇ ਕਿਹੜੇ ਗੱਲ ਦੀ ਮਨ ਦੀ ਬਾਤ ਕਰਦੇ ਨੇ। ਇੱਕ ਉਹਨਾਂ ਦਾ ਕੈਂਡੀਡੇਟ, ਉਹਨਾਂ ਦਾ ਇੱਕ ਜ਼ਿੰਮੇਵਾਰ ਸਾਥੀ ਸੰਸਦ ਦੇ ਵਿੱਚ ਬੈਠੇ ਹੋਏ ਲੋਕਾਂ ਨੂੰ ਆਤੰਕਵਾਦੀ ਕਵੇ, ਇੱਕ ਉਹਨਾਂ ਦਾ ਮੰਤਰੀ ਮੁਸਲਮਾਨਾਂ ਦੀ ਆਬਾਦੀ ਵਧਣ ਨਾਲ ਭਾਰਤ ਦੇ ਪਾਕਿਸਤਾਨ ਬਣਨ ਦੇ ਖਤਰੇ ਦੇ ਨਾਂ ਦੇ ਉੱਤੇ ਪੋਲਰਾਈਜੇਸ਼ਨ ਕਰੇ, ਉਦੋਂ ਪ੍ਰਧਾਨ ਮੰਤਰੀ ਨਹੀਂ ਬੋਲਦੇ। ਜਿਹੜੀਆਂ ਇਹ ਘਟਨਾਵਾਂ ਨੇ ਤੁਹਾਡੇ ਬਹੁਤ ਜ਼ਿਆਦਾ ਆਸ਼ਾਵਾਦੀ ਹੋਣ ਦੀ ਗਰਾਊਂਡ ਨੂੰ ਵੀ ਤੁਹਾਡੇ ਪੈਰਾਂ ਹੇਠੋਂ ਖਿੱਚ ਲੈਂਦੀਆਂ ਨੇ। ਸਾਨੂੰ ਇਸ ਗੱਲ ਨੂੰ ਕੋਈ ਇਨਕਾਰ ਨਹੀਂ ਕਰਨਾ ਚਾਹੀਦਾ, ਪਰ ਇਸ ਗੱਲ ਨੂੰ ਜ਼ਰੂਰ ਮੰਨਣਾ ਚਾਹੀਦਾ ਕਿ ਸੰਘਰਸ਼ ਤਾਂ ਫਿਰ ਚੱਲਦੇ ਹੀ ਰਹਿਣਗੇ, ਪਰ ਜਿਹੜੇ ਪੜਾਅ ਦੇ ਉੱਤੇ ਇੰਡੀਆ ਪਹੁੰਚ ਗਿਆ ਤੁਹਾਨੂੰ ਬਹੁਤ ਜ਼ਿਆਦਾ ਆਸ਼ਾਵਾਦੀ ਹੋਣ ਦੀ ਵੀ ਜ਼ਰੂਰਤ ਨਹੀਂ ਹੈ। ਇੱਕ ਗੱਲ ਸੋਚਣ ਵਾਲੀ ਆ, ਇੱਕ ਗੱਲ ਕਹਿਣਾ ਕਿ ਆਸ਼ਾਵਾਦੀ ਹੋਣਾ ਚਾਹੀਦਾ। ਹਾਲਾਂਕਿ ਇਹ ਗੱਲ ਜਿਵੇਂ ਸਾਰਿਆਂ ਨੇ ਕਹੀ ਹੈ ਬਿਲਕੁਲ ਸਹੀ ਹੈ। ਜਿਹੜਾ ਕਾਨੂੰਨ ਹੈ ਨਾ, ਉਹ ਕਾਨੂੰਨ ਸਿਰਫ ਆਮ ਲੋਕਾਂ ਵਾਸਤੇ ਜਿਨ੍ਹਾਂ ਦੇ ਹੱਥ 'ਚ ਤਾਕਤ ਨਹੀਂ। ਜਿਹਨਾਂ ਲੋਕਾਂ ਦੇ ਹੱਥ 'ਚ ਤਾਕਤ ਆ ਉਹਨਾਂ ਵਾਸਤੇ ਸਿਰਫ ਇੱਕ ਟੂਲ ਹੈ ਉਹ ਸਿਸਟਮ ਨੂੰ ਆਪਣੀ ਮਰਜ਼ੀ ਨਾਲ ਚਲਾਉਣ ਵਾਸਤੇ, ਕਿਉਂਕਿ ਹਰ ਜਗ੍ਹਾ ਤੇ ਇਨਫਲੂਐਂਸ ਹੋ ਜਾਂਦਾ ਹੈ। ਪਰ ਆਸ਼ਾਵਾਦੀ ਹੋਣ ਤੋਂ ਬਿਨਾਂ ਹੋਰ ਕੋਈ ਰਸਤਾ ਵੀ ਨਹੀਂ, ਔਰ ਉਹਦੇ ਆਸਾਰ ਵੀ ਨਜ਼ਰ ਆਉਂਦੇ ਨੇ। ਜਿਵੇਂ ਅੱਜ ਇਹਨਾਂ ਲੋਕਾਂ ਨੂੰ ਪੁੱਛਿਆ ਜਾਂਦਾ ਹਰ ਚੈਨਲ ਦੇ ਉੱਤੇ, ਹਰ ਥਾਂ ਦੇ ਉੱਤੇ ਇਹਨਾਂ ਨੂੰ ਸਵਾਲ ਕੀਤੇ ਜਾਂਦੇ। ਪਹਿਲਾਂ ਨਹੀਂ ਸੀ ਸਵਾਲ ਪੁੱਛਣਾ ਚਾਹੂੰਗਾ ਅਜੀਤ ਜੀ, ਇੱਕ ਸਵਾਲ ਪੁੱਛਣਾ ਚਾਹੂੰਗਾ। ਸਟਰਗਲ ਚੱਲ ਰਹੀ ਹੈ, ਇਹ ਉਹ ਲੋਕ ਚਲਾਉਣ ਚਾਹੁੰਦੇ ਨੇ ਤੇ ਲੋਕ ਚਲਾਉਣ ਦੇਣਾ ਨਹੀਂ ਚਾਹੁੰਦੇ। ਅਜੀਤ ਜੀ, ਇੱਕ ਸਵਾਲ ਪੁੱਛਣਾ ਚਾਹੂੰਗਾ ਤੁਸੀਂ ਸਿਰਫ ਹਾਂ ਜਾਂ ਨਾ ਜਵਾਬ ਦਿਓ ਕਿ ਤੁਸੀਂ ਇਹ ਮੰਨਦੇ ਜੋ ਕਿ ਜੋ ਕਾਨੂੰਨ ਬਣਾਏ ਜਾਂਦੇ ਨੇ ਪੋਲੀਟੀਕਲ ਪਾਰਟੀਆਂ ਆਪਣੇ ਫਾਇਦੇ ਦੇ ਹਿਸਾਬ ਨਾਲ ਜਾਂ ਵੋਟ ਬੈਂਕ ਦੇ ਹਿਸਾਬ ਨਾਲ ਬਣਾਉਂਦੀਆਂ ਨੇ? ਹਾਂ ਜਾਂ ਨਾ ਜਵਾਬ ਦਿਓ ਪਲੀਜ਼। ਜੀ ਬਿਲਕੁਲ ਜੀ, ਮੈਂ ਤੁਹਾਡੀ ਗੱਲ ਮੰਨਦਾ ਹਾਂ। ਪਾਰਟੀਆਂ ਆਪਣੇ ਫਾਇਦੇ ਵਾਸਤੇ ਬਣਾਉਂਦੀਆਂ ਨੇ। ਅੱਛਾ ਇੱਕ ਮਿੰਟ, ਥੈਂਕ ਯੂ ਅਜੀਤ ਜੀ। ਇਹ ਤੋਂ ਪਹਿਲਾਂ ਜਿਹੜੀ ਡਿਬੇਟ ਚੱਲ ਰਹੀ ਸੀ ਉਹ 'ਚ ਅਸੀਂ ਇਹ ਕਹਿ ਰਹੇ ਸੀ ਕਿ ਬਾਦਲ ਸਾਹਿਬ ਆਪਣੇ ਫਾਇਦੇ ਵਾਸਤੇ ਕਾਨੂੰਨ ਬਣਾ ਰਹੇ ਸੀ, ਉਦੋਂ ਤੁਸੀਂ ਕਹਿ ਰਹੇ ਸੀ ਨਹੀਂ ਉਹ ਆਪਣੇ ਫਾਇਦੇ ਵਾਸਤੇ ਨਹੀਂ ਬਣਾ ਰਹੇ।
ਤੁਸੀਂ ਇਹਨਾਂ ਪੋਲੀਟੀਕਲ ਪਾਰਟੀਆਂ ਉੱਤੇ ਦੋਸ਼ ਲਾ ਰਹੇ ਜੋ ਮੈਨੂੰ ਲੱਗਦਾ ਕਿਤੇ ਦੋਸ਼ ਸਾਡੇ 'ਚ ਵੀ ਆ। ਸਾਨੂੰ ਆਪਣੀ ਪੀੜੀ ਥੱਲੇ ਵੀ ਡੰਡਾ ਮਾਰ ਲੈਣਾ ਮੈਨੂੰ ਚਾਹੀਦਾ। ਗੱਲ ਪੂਰੀ ਕਹਿਣ ਦਾ ਮੌਕਾ ਨਹੀਂ ਮਿਲਿਆ। ਮੈਨੂੰ ਇਸ ਗੱਲ ਦਾ ਜਵਾਬ ਮੈਂ ਸਾਰੇ ਪੈਨਲਿਸਟ ਨੂੰ ਕਹੂੰਗਾ ਮੈਂ ਜੇ ਉਸ ਕਾਨੂੰਨ ਦੀ ਤਾਰੀਫ ਕਰ ਰਿਹਾ ਹਾਂ ਕਿ ਅਸੀਂ ਲੋਕ ਦੀ ਗੱਲ ਕਰੀਏ ਕਿ ਅਸੀਂ ਅਜੀਤ ਜੀ ਹਰਪ੍ਰੀਤ ਜੀ ਦੀ ਗੱਲ ਸੁਣ ਲਿਓ। ਅਜੀਤ ਜੀ ਪਹਿਲਾਂ ਹਰਪ੍ਰੀਤ ਜੀ ਨੇ ਹਾਲੇ ਫਿਨਿਸ਼ ਨਹੀਂ ਕੀਤਾ। ਅਜੀਤ ਜੀ ਹਰਪ੍ਰੀਤ ਜੀ ਨੇ ਫਿਨਿਸ਼ ਨਹੀਂ ਕੀਤਾ। ਅਜੀਤ ਜੀ ਹਰਪ੍ਰੀਤ ਜੀ ਨੇ ਫਿਨਿਸ਼ ਨਹੀਂ ਕੀਤਾ। ਪਾਰਲੀਮੈਂਟ ਚੋਂ ਰਾਜ ਸਭਾ ਚੋਂ ਲੋਕ ਸਭਾ ਵਿੱਚੋਂ ਬਣ ਕੇ ਪਾਸ ਹੋ ਜਾਂਦੇ ਨੇ। ਬਹਿਸ ਤੇ ਨਹੀਂ ਵਾਪਸ ਜਾਂਦੇ, ਪਰ ਤਾਜ਼ਾ ਕਿੰਨੀਆਂ ਘਟਨਾਵਾਂ ਨੇ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਨੇ ਉਹਨਾਂ ਸਵਾਲਾਂ ਨੂੰ ਤੁਸੀਂ ਹਾਸ਼ੀਏ ਤੇ ਸੁੱਟ ਕੇ ਹੋਰ ਸਵਾਲਾਂ ਨੂੰ ਤੇ ਹੋਰ ਚੀਜ਼ਾਂ ਨੂੰ ਐਸਟੈਬਲਿਸ਼ ਕਰ ਲੈਂਦੇ ਹੋ। ਹੁਣ ਅਗਸਤਾ ਵੇਸਟਲੈਂਡ ਘੁਟਾਲਾ ਹੋਇਆ, ਕਾਂਗਰਸ ਇਸ ਗੱਲ ਲਈ ਸਵਾਲ ਪੁੱਛ ਰਹੀ ਆ ਪਾਰਲੀਮੈਂਟ 'ਚ ਕਿ ਜਦੋਂ ਸਾਨੂੰ ਪਤਾ ਲੱਗਾ ਕਿ ਉਹਦੇ ਵਿੱਚ ਦਲਾਲੀ ਲਈ ਗਈ ਆ, ਅਸੀਂ ਉਹ ਸਮਝੌਤਾ ਵੀ ਰੱਦ ਕਰ ਦਿੱਤਾ ਤੇ ਅਸੀਂ ਉਸ ਸਮਝੌਤੇ ਉਸ ਕੰਪਨੀ ਨਾਲ ਨੂੰ ਵੀ ਬਲੈਕ ਲਿਸਟ ਕਰ ਦਿੱਤਾ ਕਿ ਉਹਦੇ ਨਾਲ ਸਾਡਾ ਕੋਈ ਫਰਦਰ ਸੌਦਾ ਨਹੀਂ ਹੋਏਗਾ। ਨਵੀਂ ਸਰਕਾਰ ਉਸ ਕੰਪਨੀ ਨੂੰ ਬੁਲਾ ਕੇ ਨਵੇਂ ਡੀਲਿੰਗ ਵੀ ਕਰ ਲੈਂਦੀ ਆ ਤੇ ਕਾਂਗਰਸ ਤੇ ਆਪਣੇ ਖਰੀਦੇ ਹੋਏ ਮੀਡੀਆ ਰਾਹੀਂ ਪ੍ਰਚਾਰ ਵੀ ਕਰਦੀ ਰਹਿੰਦੀ ਆ। ਮੈਂ ਇਹ ਨਹੀਂ ਕਹਿ ਰਿਹਾ ਕਿ ਮੈਂ ਕਾਂਗਰਸ ਨੂੰ ਸਪੋਰਟ ਕਰ ਰਿਹਾ, ਮੈਂ ਤਾਂ ਇੱਕ ਸਵਾਲ ਉਠਾ ਰਿਹਾ ਕਿ ਜੇ ਇਹ ਤੱਥ ਸਹੀ ਹੈ ਕਿ ਕਾਂਗਰਸ ਪਾਰਟੀ ਨੇ ਸਮਝੌਤਾ ਰੱਦ ਕਰ ਦਿੱਤਾ ਸੀ ਆਪਣੇ ਰਾਜ ਵੇਲੇ ਉਸ ਸਰਕਾਰ ਨੇ, ਜੇ ਉਹਨਾਂ ਨੇ ਉਹਨੂੰ ਬਲੈਕ ਲਿਸਟ ਕਰ ਦਿੱਤਾ ਸੀ ਤੇ ਉਹਨੂੰ ਦੁਬਾਰਾ ਬੁਲਾਉਣ ਵਾਲੇ ਕਿਵੇਂ ਜਸਟੀਫਾਈਡ ਹੋ ਸਕਦੇ ਨੇ? ਪਰ ਖਰੀਦੇ ਹੋਏ ਮੀਡੀਆ 'ਚ ਕੁਝ ਵੀ ਹੋ ਸਕਦਾ। ਇਸ ਕਰਕੇ ਇਸ ਦੇਸ਼ ਦੇ ਵਿੱਚ ਅਸੀਂ ਐਵੇਂ ਆਸ਼ਾਵਾਦੀ ਬਣੇ ਜਾਈਏ, ਉਹ ਇੱਕ ਆਪਣੇ ਆਪ 'ਚ ਸਾਡੇ ਉੱਤੇ ਵੀ ਇੱਕ ਸਵਾਲ ਹੈ। ਮੈਂ ਇਹ ਨਹੀਂ ਕਹਿੰਦਾ ਕਿ ਸਾਨੂੰ ਨਹੀਂ ਹੋਣਾ ਚਾਹੀਦਾ, ਮੈਂ ਕਹਾਂਗਾ ਕਿ ਸਾਨੂੰ ਆਸ਼ਾਵਾਦੀ ਬਣਨ ਲਈ ਕਿੰਨਾ ਲੋਕਾਂ ਦੇ ਨਾਲ ਲੜਨਾ ਪਏਗਾ, ਇਹ ਸਾਨੂੰ ਜ਼ਰੂਰ ਤੈਅ ਕਰਨਾ ਪਏਗਾ। ਜੇ ਅਸੀਂ ਬਾਦਲ ਦੀ ਧਿਰ ਬਣ ਜਾਂਦੇ ਹਾਂ ਸ਼੍ਰੋਮਣੀ ਕਮੇਟੀ ਦੇ ਮਾਮਲੇ ਉੱਤੇ, ਜੇ ਅਸੀਂ ਕਿਸੇ ਇਸ਼ੂ ਦੇ ਉੱਤੇ ਮੋਦੀ ਦੀ ਧਿਰ ਬਣ ਜਾਂਦੇ ਹਾਂ, ਕਿਸੇ ਦੂਜੇ ਇਸ਼ੂ ਦੇ ਉੱਤੇ ਅਸੀਂ ਕਾਂਗਰਸ ਦੀ ਧਿਰ ਬਣ ਜਾਂਦੇ ਹਾਂ, ਤਾਂ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਆਸ਼ਾਵਾਦ ਦੀ ਅਸੀਂ ਕਲਪਨਾ ਕਰਦੇ ਹਾਂ ਉਹ ਆਸ਼ਾਵਾਦ ਕਦੇ ਜ਼ਮੀਨ ਤੇ ਉਤਰ ਵੀ ਸਕਦਾ। ਹਰਪ੍ਰੀਤ ਜੀ ਮੈਂ ਇੱਕ ਗੱਲ ਜਵਾਬ ਦੇਣਾ ਚਾਹਾਂਗਾ। ਮੈਂ ਦੂਜੇ ਪੈਨਲਿਸਟ ਬਾਕੀ ਪੈਨਲਿਸਟ ਵੀ ਸ਼ੋਅ ਨੇ, ਮੈਂ ਸਾਰਿਆਂ ਨੂੰ ਚਾਹੂੰਗਾ ਸਾਰੇ ਇਸ ਡਿਬੇਟ ਵਿੱਚ ਹਿੱਸਾ ਲੈਣ। ਮੈਂ ਚਾਹੂੰਗਾ ਤੁਸੀਂ ਦੂਜੇ ਪੈਨਲਿਸਟ ਨੂੰ ਵੀ ਬੋਲਣ ਦਾ ਜ਼ਰੂਰ ਮੌਕਾ ਦਿਓ। ਜਰਮਨ ਜੀ, ਦਿਲਰਾਜ ਜੀ, ਕੁਲਵੀਰ ਜੀ। ਬਿਲਕੁਲ ਹਰਪ੍ਰੀਤ ਜੀ, ਮੈਂ ਤਾਂ ਇੱਥੇ ਦੁਬਾਰਾ ਉਸੇ ਗੱਲ ਤੇ ਆਵਾਂਗਾ ਜੀ ਕਿ ਅਜੀਤ ਜੀ ਦੇ ਜਿਹੜਾ ਤੁਸੀਂ ਕੁਐਸਚਨ ਚੱਕਿਆ ਬਹੁਤ ਵਧੀਆ ਕੁਐਸਚਨ ਚੱਕਿਆ ਸੀਗਾ ਕਿ ਪਿਛਲੀ ਡਿਬੇਟ ਦੇ ਵਿੱਚ ਇਹ ਜਸਟੀਫਾਈ ਕਰਦੇ ਸੀ, ਇਸ ਡਿਬੇਟ ਦੇ ਵਿੱਚ ਇਹ ਦੂਸਰੇ ਪਾਸੇ ਬੋਲ ਰਹੇ ਨੇ ਕਿਤੇ ਨਾ ਕਿਤੇ ਕਸੂਰ ਸਾਡੇ ਲੋਕਾਂ ਦਾ ਹੀ ਹੈਗਾ। ਅਸੀਂ ਇੱਕ ਪੋਲੀਟੀਕਲ ਲੀਡਰ ਨੇ ਪਿਛਲੇ ਸਾਲ ਇੱਕ ਬਿਆਨ ਦਿੱਤਾ ਸੀਗਾ ਕਿ ਉਹਨਾਂ ਨੇ ਸਿਰਫ ਪੰਜਾਬ ਦੀ ਗੱਲ ਕੀਤੀ ਸੀ, ਪਰ ਇਹ ਮੇਰੇ ਖਿਆਲ ਨਾਲ ਪੂਰੇ ਸਾਡੇ ਭਾਰਤ ਵਰਸ਼ ਤੇ ਲੱਗਦੀ ਆ ਕਿ ਅਸੀਂ ਸਾਰੇ ਹੀ ਉੱਥੇ ਬਹੁਤ ਸਵਾਰਥੀ ਹੋ ਗਏ ਹਾਂ। ਜਿਹੜੀ ਚੀਜ਼ ਸਾਨੂੰ ਚੰਗੀ ਲੱਗਦੀ ਆ, ਜਿਹੜੀ ਚੀਜ਼ ਸਾਨੂੰ ਸੂਟ ਕਰਦੀ ਆ, ਜਿਹੜੀ ਚੀਜ਼ ਦੇ ਸਾਨੂੰ ਬੈਨੀਫਿਟ ਹੈਗੇ ਨੇ, ਅਸੀਂ ਉਹਨੂੰ ਚੁੱਪ-ਚਾਪ ਕਹਿ ਦਿੰਦੇ ਬਹੁਤ ਚੰਗੀ ਹੈਗੀ ਆ। ਜਿਹੜੀ ਚੀਜ਼ ਸਾਨੂੰ ਲੱਗਦਾ ਕਿ ਯਾਰ ਸਾਨੂੰ ਪਰਸਨਲ ਲੈਵਲ ਤੇ ਮੈਨੂੰ ਚੰਗੀ ਨਹੀਂ ਲੱਗ ਰਹੀ ਜਾਂ ਮੈਨੂੰ ਇਹਦਾ ਨੁਕਸਾਨ ਹੋਣਾ, ਅਸੀਂ ਉਹਦਾ ਵਿਰੋਧ ਕਰਦੇ ਹਾਂ। ਔਰ ਇਹੀ ਤਰਾਸਦੀ ਆ ਇੰਡੀਆ ਦੀ ਕਿ ਉੱਥੇ ਤੱਥਾਂ ਨੂੰ ਦੇਖ ਕੇ, ਗੱਲਾਂ ਨੂੰ ਦੇਖ ਕੇ, ਕਿਸੇ ਚੀਜ਼ ਨੂੰ ਸਮਝ ਕੇ ਉਹਦੇ ਉੱਪਰ ਪਬਲਿਕ ਦਾ ਰਿਐਕਸ਼ਨ ਨਹੀਂ ਆਉਂਦਾ। ਉੱਥੇ ਜਿਹੜਾ ਰਿਐਕਸ਼ਨ ਆਉਂਦਾ ਉਹ ਪੋਲੀਟੀਕਲ ਪਾਰਟੀਆਂ ਦੀ ਲਹਿਰ ਦੇ ਵਿੱਚੋਂ ਰਿਐਕਸ਼ਨ ਆਉਂਦਾ, ਲੋਕਾਂ ਦੇ ਨਿੱਜੀ ਸਵਾਰਥਾਂ ਵਿੱਚੋਂ ਰਿਐਕਸ਼ਨ ਆਉਂਦਾ, ਧਾਰਮਿਕ ਭਾਵਨਾਵਾਂ ਵਿੱਚੋਂ ਰਿਐਕਸ਼ਨ ਆਉਂਦਾ, ਆਪਣੇ ਰਿਸ਼ਤੇਦਾਰੀ ਵਿੱਚੋਂ ਰਿਐਕਸ਼ਨ ਆਉਂਦਾ। ਇਸੇ ਕਰਕੇ ਉੱਥੇ ਜਿਹੜਾ ਹੈਗਾ ਸਰਕਾਰਾਂ ਤੇ ਉੱਥੇ ਦੇ ਜਿਹੜੇ ਪੋਲੀਟੀਕਲ ਸਿਸਟਮ ਹੈਗਾ, ਲੋਕਾਂ ਦੀਆਂ ਇਹ ਜਿਹੜੀ ਸੋਚ ਹੈਗੀ ਆ, ਲੋਕਾਂ ਦੀ ਜਿਹੜੀ ਮੈਂਟੈਲਿਟੀ ਹੈਗੀ ਆ, ਇਹਦਾ ਫਾਇਦਾ ਬਾਰ-ਬਾਰ ਚੱਕਦੇ ਨੇ। ਜੇ ਲੋਕ ਉੱਥੇ ਆਪਣੇ ਨਿੱਜੀ ਫਾਇਦਿਆਂ ਤੋਂ ਉੱਪਰ ਉੱਠ ਕੇ, ਧਰਮ ਤੋਂ ਉੱਪਰ ਉੱਠ ਕੇ, ਆਪਣੇ ਜਿਹੜੇ ਪੋਲੀਟੀਕਲ ਉਹਨਾਂ ਦੇ ਜਿਹੜੇ ਉਹਨਾਂ ਦੀ ਸੋਚ ਹੈਗੀ ਆ ਉਸ ਤੋਂ ਉੱਪਰ ਉੱਠ ਕੇ ਇੱਕ ਵਧੀਆ ਸਮਾਜ ਨੂੰ ਮੁੱਖ ਰੱਖ ਕੇ ਹਰ ਗੱਲ ਦੇ ਉੱਪਰ ਵਿਚਾਰ ਕਰਨੀ ਸ਼ੁਰੂ ਕਰਨ ਤਾਂ ਸ਼ਾਇਦ ਉੱਥੇ ਚੇਂਜ ਆਉਣ ਦੀ ਉਮੀਦ ਕੀਤੀ ਜਾ ਸਕਦੀ ਆ। ਪਰ ਕਿਉਂਕਿ ਉੱਥੇ ਦਾ ਸਿਸਟਮ ਇਦਾਂ ਦਾ ਹੋ ਗਿਆ ਕਿ ਹਰ ਇੱਕ ਬੰਦਾ ਇਹ ਸੋਚਦਾ ਕਿ ਮੈਨੂੰ ਕੀ, ਜੇ ਕਿਸੇ ਨਾਲ ਮਾੜੀ ਹੋਈ ਆ ਤਾਂ ਮੈਨੂੰ ਕੀ, ਮੈਂ ਬਿਲਕੁਲ ਠੀਕ ਬੈਠਾ। ਜਿਹੜੀ ਇਹ ਸੋਚ ਹੈਗੀ ਆ, ਇਹ ਸੋਚ ਨੇ ਜਿਹੜਾ ਬੇੜਾ ਗਰਕ ਕੀਤਾ ਹੋਇਆ ਇਸ ਵੇਲੇ ਇੰਡੀਆ ਦਾ। ਇਸੇ ਸੋਚ ਵਿੱਚੋਂ ਜਿਹੜਾ ਹੈਗਾ ਹਰ ਚੀਜ਼ ਨਿਕਲ
ਨਿਕਲਦੀ ਹੈ, ਇਸੇ ਸੋਚ ਵਿੱਚੋਂ ਉਹ ਲੋਕ ਨਿਕਲਦੇ ਨੇ ਜਿਹੜੇ ਕਹਿੰਦੇ ਨੇ ਕਿ ਕਿਸੇ ਕਮਿਊਨਿਟੀ ਦਾ ਕੋਈ ਨੁਕਸਾਨ ਹੁੰਦਾ ਤੇ ਹੋਈ ਜਾਵੇ, ਅਸੀਂ ਤੇ ਬਿਲਕੁਲ ਠੀਕ ਹਾਂ। ਇਸੇ ਸੋਚ ਵਿੱਚੋਂ ਜਦੋਂ ਹਜ਼ਾਰਾਂ ਸਿੱਖਾਂ ਦਾ ਕਤਲ ਕਰ ਦਿੱਤਾ ਜਾਂਦਾ, ਸਾਰਾ ਇੰਡੀਆ ਚੁੱਪ ਕਰਕੇ ਬੈਠਾ, ਕਿਹੜਾ ਸਾਡੇ ਮਰੇ ਨੇ, ਇਹ ਤਾਂ ਸਿੱਖ ਮਰੇ ਨੇ। ਇਸੇ ਸੋਚ ਵਿੱਚੋਂ ਜਿਹੜਾ ਹੈਗਾ ਦੂਜੇ ਗੁਜਰਾਤ ਦੇ ਵਿੱਚ ਦੰਗੇ ਹੁੰਦੇ ਨੇ, ਬਾਕੀ ਇੰਡੀਆ ਚੁੱਪ ਕਰਕੇ ਬੈਠਾ ਰਹਿੰਦਾ, ਕਿਹੜਾ ਸਾਡੇ ਮਰੇ ਨੇ, ਗੁਜਰਾਤੀ ਮਰੇ ਨੇ। ਇਹ ਜਿਹੜੀ ਸੋਚ ਸਾਡੇ ਇੰਡੀਆ ਦੇ ਵਿੱਚ ਬਣ ਗਈ ਆ ਕਿ ਮੈਂ ਤੇ ਠੀਕ ਆ ਨਾ, ਮੇਰੇ ਘਰ ਸਭ ਕੁਝ ਠੀਕ ਹੈਗਾ, ਜਦੋਂ ਮੇਰੇ ਘਰ ਆਊਗੀ ਉਦੋਂ ਦੇਖਾਂਗੇ, ਅਜੇ ਮੈਂ ਠੀਕ ਹੈਗਾ, ਮੈਨੂੰ ਕੀ ਕਿਸੇ ਦੇ ਘਰ ਕੀ ਹੋ ਰਿਹਾ। ਇਹ ਜਿਹੜੀ ਸੋਚ ਹੈਗੀ ਆ, ਇਹ ਸੋਚ ਦੇ ਵਿੱਚ ਦਾ ਜਿਹੜਾ ਫਾਇਦਾ ਹੈਗਾ ਉਹ ਪੋਲੀਟੀਕਲ ਪਾਰਟੀਆਂ ਉੱਥੇ ਚੱਕਦੀਆਂ ਪਈਆਂ ਜੀ। ਬਿਲਕੁਲ ਇੱਥੇ ਕੁਲਬੀਰ ਜੀ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਪਰ ਸਾਨੂੰ ਕਈ ਗੱਲਾਂ ਨੂੰ ਲੈ ਕੇ ਆਸ਼ਾਵਾਦੀ ਵੀ ਹੋਣਾ ਚਾਹੀਦਾ ਹੈ। ਪਰ ਜਿਵੇਂ ਤੁਸੀਂ ਕਿਹਾ ਕਿ ਸਾਡੇ ਲੋਕਾਂ ਦੀ ਜਿਹੜੀ ਸੋਚ ਆ ਉਹ ਚੇਂਜ ਹੋਣ ਦੀ ਲੋੜ ਹੈ, ਤੇ ਵਾਕਈ ਪੋਲੀਟੀਕਲ ਪਾਰਟੀਆਂ ਸਾਡੇ ਲੋਕਾਂ ਦੀ ਸੋਚ ਦਾ ਹੀ ਫਾਇਦਾ ਚੁੱਕਦੀਆਂ ਨੇ। ਜਿਵੇਂ ਕਿ ਉਹ ਸਾਡੀ ਸੋਚ ਦੇ ਮੁਤਾਬਕ ਹੀ ਵੋਟ ਬੈਂਕ ਦੀ ਰਾਜਨੀਤੀ ਕਰਦੇ ਨੇ, ਧਰਮ ਦੀ ਰਾਜਨੀਤੀ ਕਰਦੇ ਨੇ। ਉਹਨਾਂ ਨੂੰ ਪਤਾ ਹੈ ਕਿ ਇਹਨਾਂ ਦੀ ਲੋਕਾਂ ਦੀ ਸੋਚ ਇਹ ਆ, ਜੇ ਇਹਨਾਂ ਦੇ ਮਨਾਂ ਦੇ ਵਿੱਚ ਇਹ ਗੱਲ ਧਰਮ ਦੀ ਕੋਈ ਗੱਲ ਬਿਠਾ ਦਿੱਤੀ ਜਾਵੇਗੀ ਤਾਂ ਉਹ ਮੇਨ ਮੁੱਦਿਆਂ ਤੋਂ ਭਟਕ ਜਾਣਗੇ। ਇਹੀ ਗੱਲ ਪੰਜਾਬ ਦੇ ਵਿੱਚ ਹੋ ਰਹੀ ਆ। ਸਾਡੀ ਜਿਹੜੀ ਬਾਦਲ ਸਰਕਾਰ ਹੈ ਉਹ ਜਿਹੜੇ ਮੁੱਖ ਮੁੱਦੇ ਨੇ ਉਹਨਾਂ ਨੂੰ ਲੋਕਾਂ ਦੇ ਮਨਾਂ ਦੇ ਵਿੱਚੋਂ ਕੱਢਣ ਲਈ ਤੇ ਉਹਨਾਂ ਦੇ ਮਨਾਂ ਦੇ ਵਿੱਚ ਧਰਮ ਦੇ ਮੁੱਦੇ ਬਿਠਾ ਰਹੀ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਲੋਕਾਂ ਦੀ ਸੋਚ ਕੀ ਆ, ਲੋਕਾਂ ਦੀਆਂ ਭਾਵਨਾਵਾਂ ਕੀ ਨੇ। ਉਹ ਆਪਣੀ ਵੋਟ ਬੈਂਕ ਖਾਤਰ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਦੇ। ਤੇ ਇਹ ਜਿਹੜੀ ਪੋਲੀਟੀਕਲ ਪਾਰਟੀਆਂ, ਆਪਾਂ ਪਹਿਲਾਂ ਹੀ ਬੜੀ ਵਾਰ ਕਹਿ ਚੁੱਕੇ ਹਾਂ ਕਿ ਪੋਲੀਟੀਕਲ ਪਾਰਟੀਆਂ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਕੁਝ ਵੀ ਕਰ ਸਕਦੀ ਹੈ। ਉਹਨਾਂ ਨੇ ਲੋਕਾਂ ਦੇ ਨਾਲ ਜਿਹੜੇ ਕੰਮ ਨੇ, ਮੁੱਦੇ ਨੇ, ਉਹਨਾਂ ਦਾ ਕੀ ਹੁੰਦਾ ਹੈ, ਉਹਨਾਂ ਨੂੰ ਰੁਜ਼ਗਾਰ ਮਿਲਦਾ ਹੈ ਜਾਂ ਉਹਨਾਂ ਦੇ ਘਰਾਂ ਦੇ ਵਿੱਚ ਰੋਟੀ ਪੱਕ ਰਹੀ ਹੈ, ਇਹਦੇ ਨਾਲ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ। ਇੱਕ ਇੱਥੇ ਥੋੜੀ ਚਿਰ ਪਹਿਲਾਂ ਮੈਨੂੰ ਐਗਜ਼ੈਕਟਲੀ ਹੁਣ ਚੇਤਾ ਨਹੀਂ ਕਿਹੜੇ ਪੈਨਲਿਸਟ ਨੇ ਜ਼ਿਕਰ ਕੀਤਾ ਸੀ, ਮੀਡੀਆ ਦਾ ਜ਼ਰੂਰ ਜ਼ਿਕਰ ਕੀਤਾ ਸੀ, ਸਰਕਾਰਾਂ ਆਪਣੇ ਮੈਸੇਜ ਆਪਣੇ ਖਰੀਦੇ ਹੋਏ ਮੀਡੀਆ ਦੇ ਥਰੂ ਮੈਸੇਜ ਬਾਹਰ ਪਹੁੰਚਾਉਂਦੀਆਂ ਨੇ ਤੇ ਖਬਰ ਝੂਠੀ ਸੱਚੀ ਕਰਨ ਵਿੱਚ ਮੀਡੀਆ ਕਾਫੀ ਰੋਲ ਨਿਭਾਉਂਦਾ ਵਾ। ਮੈਂ ਮਾਲੇਗਾਂਵ ਬਲਾਸਟ ਉੱਤੇ ਹੀ ਫਿਰ ਜਾਊਂਗਾ, ਜਿਹੜੇ 9 ਅਕਿਊਜ਼ 10 ਸਾਲ ਤੱਕ ਜੇਲ੍ਹ ਵਿੱਚ ਸੀ। ਇੱਕ ਅਕਿਊਜ਼ ਦੀ ਇਸ ਟ੍ਰਾਇਲ ਦੇ ਦੌਰਾਨ ਹੀ ਮੌਤ ਹੋ ਚੁੱਕੀ ਆ। ਤੇ ਤੁਸੀਂ ਦੇਖੋ ਉਹਨਾਂ ਦੀ ਫੈਮਿਲੀ ਬਾਰੇ ਥੋੜਾ ਸੋਚੋ, ਜਿਨ੍ਹਾਂ ਨੂੰ ਕਿ ਮੀਡੀਆ ਦੇ ਕਾਰਨ ਜਾਂ ਸਰਕਾਰ ਦੇ ਕਾਰਨ ਕਾਫੀ ਕੁਝ ਸਫਰ ਕਰਨ ਨੂੰ ਪਿਆ ਹੋਊਗਾ। ਤਾਂ ਮੈਂ ਵੈਰੀ ਸ਼ੋਰ ਆ ਜ਼ਿਆਦਾਤਰ ਮੀਡੀਆ ਨੇ ਇਹਨਾਂ ਨੂੰ ਆਤੰਕਵਾਦੀ ਹੀ ਆਖਿਆ ਹੋਊਗਾ। ਤੇ ਇੱਕ ਫੈਮਿਲੀ ਨੂੰ ਇੰਡੀਆ ਵਿੱਚ ਜਦੋਂ 10 ਸਾਲ ਤੱਕ ਆਤੰਕਵਾਦੀ ਦਾ ਥੱਪਾ ਲੱਗ ਜਾਂਦਾ ਵਾ, ਕਿੱਦਾਂ ਰਹਿੰਦੇ ਨੇ, ਸ਼ਾਇਦ ਇਹ ਤੁਸੀਂ ਸਾਰੇ ਮੇਰੇ ਤੋਂ ਜ਼ਿਆਦਾ ਜਾਣਦੇ ਜੋ। ਬਿਲਕੁਲ ਹਰਪ੍ਰੀਤ ਜੀ, ਆਪਾਂ ਲੋਕਾਂ ਤੇ ਇਲਜ਼ਾਮ ਲਾਉਂਦੇ ਪਏ, ਆਪਾਂ ਪੋਲੀਟੀਸ਼ੀਅਨਾਂ ਤੇ ਲਾਉਂਦੇ ਪਏ ਆ, ਪਰ ਮੀਡੀਆ ਵੀ ਓਨਾ ਹੀ ਰਿਸਪੌਂਸਿਬਲ ਹੈ ਜਿੰਨੇ ਬਾਕੀ ਸਾਰੇ ਲੋਕ ਹੈਗੇ ਆ। ਅੱਜ ਦੀ ਡੇਟ ਵਿੱਚ ਮੀਡੀਆ ਵੀ ਉਹੀ ਕਰਦਾ ਪਿਆ ਜੋ ਪੋਲੀਟੀਸ਼ੀਅਨ ਕਰਦੇ ਪਏ ਹੈਗੇ। ਮੀਡੀਆ ਵੀ ਬਾਇਸਡ ਹੋ ਚੁੱਕਾ ਵਾ। ਅਨਬਾਇਸਡ ਜਿਹੜੀ ਇੱਕ ਰਿਪੋਰਟਿੰਗ ਹੁੰਦੀ ਸੀ ਉਹ ਬਿਲਕੁਲ ਖਤਮ ਹੋ ਚੁੱਕੀ ਹੈਗੀ ਹੈ। ਕਾਰਨ ਕਈ ਨੇ। ਕਾਰਨ ਜਿਹੜੀ ਵੀ ਸਰਕਾਰ ਹੁੰਦੀ ਹੈ ਉਹਦੇ ਨਾਲ ਸਾਂਝ ਹੁੰਦੀ ਹੈ, ਕਾਰਨ ਜਿਹੜੀ ਸਰਕਾਰ ਹੁੰਦੀ ਹੈ ਉਹਦੇ ਤੋਂ ਐਡਾ ਲੈਣੀਆਂ ਹੁੰਦੀਆਂ, ਏਦਾਂ ਦੀਆਂ ਕਈ ਚੀਜ਼ਾਂ। ਮੀਡੀਆ ਨੂੰ ਵੀ ਆਪਣੀ ਰਿਸਪੌਂਸਿਬਿਲਿਟੀ ਸਹੀ ਤੇ ਸਮਝਣੀ ਚਾਹੀਦੀ ਹੈ ਤੇ ਸੁਚਾਰੂ ਢੰਗ ਦੇ ਨਾਲ ਆਪਣਾ ਕੰਮਕਾਜ ਕਰਨਾ ਚਾਹੀਦਾ। ਮੇਰੇ ਖਿਆਲ ਦੇ ਵਿੱਚ ਮੀਡੀਆ ਦੇ ਵਿੱਚ ਜਿਹੜਾ ਇਨਫਲੂਐਂਸ ਹੈ ਸਰਕਾਰ ਦਾ, ਮੇਰਾ ਖਿਆਲ ਹੈ ਇਹੀ ਜਗ੍ਹਾ ਕੋਈ ਵੀ ਸ਼ਾਇਦ ਨਹੀਂ ਹੁੰਦੀ ਹੋਏਗੀ ਜਿੱਥੇ ਨਾ ਹੋਵੇ। ਪਰ ਉੱਥੇ ਕਿਉਂਕਿ ਸਾਡੇ ਹਾਲਾਤ ਇਹੋ ਜਿਹੇ ਨੇ ਕਿ ਆਮ ਜਿਹੜੀ ਲੋਕਾਂ ਦਾ ਪੱਧਰ ਹੈ ਜਿਹੜਾ ਉਹ ਬਹੁਤ ਨੀਵਾਂ ਪਿਆ ਹੈ, ਤੇ ਇਸ ਕਰਕੇ ਜਿਹੜਾ ਅਮੀਰ ਦਾ ਪੱਧਰ ਆ ਉਹਨੂੰ ਪ੍ਰਾਪਤ ਕਰਨ ਵਾਸਤੇ ਲੋਕਾਂ ਦਾ ਪੈਸੇ ਦੇ ਸੋਰਸ ਵੱਲੋਂ ਝੁਕਾਅ ਬਹੁਤ ਛੇਤੀ ਔਰ ਬਹੁਤ ਜ਼ਿਆਦਾ ਹੋ ਜਾਂਦਾ ਹੈ। ਤੇ ਇਹਦਾ ਕਾਰਨ ਬਿਲਕੁਲ ਹੈਗਾ ਕਿ ਮੀਡੀਆ ਜਿਹੜਾ ਹੈਗਾ ਸਮੇਂ ਦੀ ਸਰਕਾਰ ਤੋਂ ਉਲਟ ਜਾਣ ਦੀ ਗੱਲ ਨਹੀਂ ਕਰਦੇ ਹੈਗੇ। ਤੇ ਜਿਵੇਂ ਲੋਕ ਧਰਮਾਂ ਜਾਤਾਂ ਦੇ ਆਧਾਰ ਤੇ ਸੈਂਟੀਮੈਂਟ ਦੀ ਵੰਡੇ ਹੋਏ ਨੇ, ਤੇ ਮੀਡੀਆ ਦੇ ਲੋਕ ਵੀ ਕੋਈ ਹੋਰ ਪਲੈਨਟ ਤੋਂ ਨਹੀਂ ਆਏ ਹੋਏ, ਉਹਨਾਂ ਦੇ ਵਿੱਚ ਵੀ ਇਹ ਚੀਜ਼ਾਂ, ਇਹ ਸੈਂਟੀਮੈਂਟ, ਇਹ ਵਿਚਾਰ ਕੰਮ ਕਰਦੇ ਨੇ ਜਿਹੜੇ ਕਿ ਅਕਸਰ ਦਿਖਾਈ ਦੇਣ ਲੱਗ ਜਾਂਦੇ। ਪਰ ਨਰਿੰਦਰ ਮੋਦੀ ਸਾਹਿਬ ਬਾਰੇ ਜ਼ਰੂਰ ਗੱਲ ਕਰਨਾ ਚਾਹੂੰਗਾ। ਲਗਭਗ 2 ਸਾਲ ਦੀ ਟਰਮ ਪੂਰੀ ਹੋਣ ਵਾਲੀ ਹੈ, ਪਰ ਜਦੋਂ ਦੇ ਮੋਦੀ ਸਾਹਿਬ ਆਏ ਨੇ ਕੁਝ ਫੈਸਲੇ ਇਦਾਂ ਦੇ ਜ਼ਰੂਰ ਆ ਗਏ ਨੇ ਜਿਹਨੂੰ ਸੁਣ ਕੇ ਸ਼ਾਇਦ ਇਨਸਾਫ ਪਸੰਦ ਕਰਨ ਵਾਲੇ ਲੋਕ ਜ਼ਰੂਰ ਖੁਸ਼ ਹੋਣਗੇ। ਕਿ ਇਹ ਮੋਦੀ ਸਾਹਿਬ ਦਾ ਇਨਫਲੂਐਂਸ ਹੈ, ਚਾਹੇ ਜੋ ਮਰਜ਼ੀ ਕਹੀ ਜਾਈਏ, ਕਿਉਂਕਿ ਮੋਦੀ ਸਾਹਿਬ ਨੇ ਇੱਕ ਇਨਸਾਫ सबके लिए, शायद मैं टर्म गलत यूज कर रहा हाँ, इदा दी एक ਤੁਸੀਂ ਕਹਿੰਦੇ ਇਦਾਂ ਦੀ ਇੱਕ ਮੁਹਿੰਮ ਵੀ ਚਲਾਈ ਸੀ ਕਿ ਉਹਦੇ ਚੱਲਦੇ ਹੋਏ ਕਿ ਜੱਜਾਂ ਨੂੰ ਥੋੜਾ ਬਹੁਤ ਫ੍ਰੀडम ਦਿੱਤਾ ਜਾ ਰਿਹਾ, ਜਿਹਦੇ ਕਰਕੇ ਜੱਜ ਸ਼ਾਇਦ ਇਹ ਇੰਪੋਰਟੈਂਟ ਫੈਸਲੇ ਲੈ ਰਹੇ ਨੇ ਤੇ ਉਹ ਲੋਕ ਜਿਨ੍ਹਾਂ ਨੂੰ ਇਨਸਾਫ ਮਿਲਣਾ ਚਾਹੀਦਾ ਸੀ ਮਿਲ ਰਿਹਾ। ਹਰਪ੍ਰੀਤ ਬਿਲਕੁਲ ਜੀ, ਇਹ ਫਰਕ ਹੈਗਾ ਹੈ, ਪਰ ਪ੍ਰੋਬਲਮ ਇਹ ਹੈ ਕਿ ਮੋਦੀ ਸਾਹਿਬ ਦੀਆਂ ਜਿਹੜੀਆਂ ਚੰਗੀ ਗੱਲਾਂ ਨੇ
ਉਹਨਾਂ ਦੀ ਪਾਰਟੀ 'ਚ ਜੁੜੇ ਹੋਏ ਲੋਕ ਜਿਨ੍ਹਾਂ ਦੀ ਜ਼ਿੰਮੇਵਾਰੀ ਤਾਂ ਕੋਈ ਹੈ ਨਹੀਂ, ਉਹਨਾਂ ਨੂੰ ਮੈਨੂੰ ਨਹੀਂ ਅਜੀਤ ਜੀ, ਮੈਂ ਕੰਡੈਮ ਕਰਦਾ ਇਸ ਗੱਲ ਨੂੰ। ਮੈਨੂੰ ਨਹੀਂ ਲੱਗਦਾ ਇਹਦੇ 'ਚ ਮੋਦੀ ਜੀ ਦਾ ਕਿਤੇ ਵੀ ਕੋਈ ਹੱਥ ਹੈਗਾ। ਕੋਈ ਵੀ ਫੈਸਲਾ ਮੈਨੂੰ ਨਹੀਂ ਲੱਗਦਾ ਮੋਦੀ ਜੀ ਦੇ ਕਰਕੇ ਜਿਹੜਾ ਹੈਗਾ ਉੱਥੇ ਆਇਆ। ਫੈਸਲੇ ਆਏ ਨੇ 20 25 ਸਾਲਾਂ ਬਾਅਦ। ਪਹਿਲਾਂ ਵੀ ਬੀਜੇਪੀ ਦੀਆਂ ਸਰਕਾਰਾਂ ਆ ਕੇ ਜਾ ਚੁੱਕੀਆਂ ਉਸ ਸਮੇਂ ਦੌਰਾਨ। ਜੇ ਸਿੱਖਾਂ ਦੀ ਆਪਾਂ ਗੱਲ ਕਰੀਏ ਕਿ ਸਿੱਖਾਂ ਦਾ ਵੀ ਫੈਸਲਾ ਆਇਆ ਤੁਸੀਂ ਸੀਗਾ। ਉੱਤਰਾਖੰਡ ਦਾ ਫੈਸਲਾ ਦੇਖ ਲਓ। ਜੇ ਇਹੋ ਅੱਜ ਤੋਂ 10 ਸਾਲ 15 ਸਾਲ ਪਹਿਲਾਂ ਵਾਲੀ ਕਾਂਗਰਸ ਦੀ ਸਰਕਾਰ ਹੁੰਦੀ ਨਾ ਤਾਂ ਸੁਪਰੀਮ ਕੋਰਟ ਵੱਲੋਂ ਜਦੋਂ ਉਹਨਾਂ ਨੇ ਸਵਾਲ ਪੁੱਛੇ ਨੇ, ਕੋਈ ਸਵਾਲ ਨਹੀਂ ਸੀ ਪੁੱਛਦਾ ਉਦੋਂ ਸਰਕਾਰਾਂ ਨੂੰ। ਇਹ ਤਾਂ ਅਜੀਤ ਜੀ ਥੋੜੀ ਦੇਰ ਪਹਿਲਾਂ ਅਜੀਤ ਜੀ ਘੁੰਮਿਆ ਨਾ ਕਰੋ। ਅਜੀਤ ਜੀ ਗੱਲਾਂ ਦੇ ਨਾਲ ਘੁੰਮਿਆ ਨਾ ਕਰੋ। ਥੋੜੀ ਦੇਰ ਪਹਿਲਾਂ ਤੁਸੀਂ ਕਿਹਾ ਸੀਗਾ ਕਿ ਸਮਾਂ ਬਦਲ ਰਿਹਾ, ਜੱਜ ਆਪਣੀ ਗੱਲ ਕਹਿਣ ਲੱਗ ਪਏ ਆ। ਇਹ ਸਮਾਂ ਬਦਲ ਰਿਹਾ, ਉੱਥੇ ਜੱਜ ਆਪਣੀ ਗੱਲ ਕਹਿਣ ਲੱਗ ਪਏ ਆ। ਮੈਂ ਨਹੀਂ ਮੰਨਦਾ ਕਿ PM ਮੋਦੀ ਨੇ ਲੋਕ ਜੱਜਾਂ ਨੂੰ ਇੰਨਾ ਅਧਿਕਾਰ ਵਧਾ ਦਿੱਤੇ ਨੇ ਕਿ ਉਹ ਗੱਲ ਕਹਿਣ ਲੱਗ ਪਏ ਆ। ਅੱਜ ਮੀਡੀਆ, ਅੱਜ ਸੋਸ਼ਲ ਮੀਡੀਆ, ਅੱਜ ਲੋਕ ਜਿਹੜੇ ਨੇ ਉਹ ਜਿਹੜੇ ਜ਼ਿਆਦਾ ਅਵੇਅਰ ਹੋ ਗਏ ਨੇ। ਅੱਜ ਕੋਈ ਵੀ ਗੱਲ ਜਿਹੜੀ ਹੈਗੀ ਆ ਲੁਕੀ ਨਹੀਂ ਰਹਿੰਦੀ, ਇੱਕਦਮ ਬਾਹਰ ਨਿਕਲ ਕੇ ਆਉਂਦੀ ਆ। ਉਹਦੇ ਉੱਪਰ ਜਾਂਚ ਕਮਿਸ਼ਨ ਬੈਠਦੇ ਆ, ਗੱਲਾਂ ਬਹੁਤ ਦੂਰ ਤੱਕ ਜਾਂਦੀਆਂ, ਇੰਟਰਨੈਸ਼ਨਲ ਲੈਵਲ ਤੱਕ ਜਾਂਦੀਆਂ ਔਰ ਗੱਲਾਂ ਫੈਲਦੀਆਂ ਬਹੁਤ ਜਲਦੀ ਆ। ਇਸ ਕਰਕੇ ਹੁਣ ਗੱਲਾਂ ਨੂੰ ਦਬਾਉਣਾ ਪਹਿਲਾਂ ਵਰਗਾ ਨਹੀਂ ਰਿਹਾ। ਜਦੋਂ ਦੀਆਂ ਅਜੀਤ ਜੀ ਤੁਸੀਂ ਗੱਲਾਂ ਕਰਦੇ ਹੋ, ਉਦੋਂ ਜੋ ਕਿਤੇ ਕੋਈ ਪ੍ਰਿੰਟ ਕਰ ਦਿੰਦਾ ਸੀਗਾ ਉਹੀ ਸਾਹਮਣੇ ਆਉਂਦਾ ਸੀ। ਅੱਜ ਦੀ ਡੇਟ ਦੇ ਵਿੱਚ ਸੱਚ ਨਿਕਲਣੇ ਨੂੰ ਟਾਈਮ ਨਹੀਂ ਲੱਗਦਾ। ਇਸ ਕਰਕੇ ਕਿਤੇ ਨਾ ਕਿਤੇ ਇੱਕ ਜਿਹੜਾ ਸਮਾਜ ਦਾ ਦਬਾਅ ਹੈਗਾ ਉਹ ਪੋਲੀਟੀਕਲ ਸਿਸਟਮ ਦੇ ਉੱਪਰ ਜੇ ਹੈਗਾ, ਪਰ ਜਿਹੜਾ ਨਿਆਂ ਸਿਸਟਮ ਹੈਗਾ ਉਹਦੇ ਉੱਪਰ ਵੀ ਦਿਖ ਰਿਹਾ। ਜਿਹੜੇ ਅੱਜ ਦੇ ਦੌਰ ਦੇ ਵਿੱਚ ਲੋਕ ਜਿਹੜੇ ਹੈਗੇ ਨੇ ਉਹ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਤੋਂ ਦੁਖੀ ਹੋ ਚੁੱਕੇ ਨੇ। ਨਵੀਂ ਜਨਰੇਸ਼ਨ ਜਿਹੜੀ ਹੈਗੀ ਆ ਉਹ ਚੇਂਜ ਚਾਹੁੰਦੀ ਆ। ਲੋਕ ਆਜ਼ਾਦੀ ਨਾਲ ਜੀਣਾ ਚਾਹੁੰਦੇ ਨੇ। ਇਹ ਜਿਹੜੇ ਫੈਸਲੇ ਆ ਰਹੇ ਨੇ ਇਹ ਨਵੀਂ ਸੋਚ ਵਿੱਚੋਂ ਨਿਕਲ ਕੇ ਆ ਰਹੇ ਨੇ, ਜਿਹੜੀ ਆਜ਼ਾਦ ਸੋਚ ਲੋਕਾਂ ਦੇ ਮਨਾਂ ਵਿੱਚ ਕੇ ਆ ਰਹੇ ਨੇ। ਇਹਦੇ ਵਿੱਚ PM ਮੋਦੀ ਦਾ ਮੈਨੂੰ ਕਿਤੇ ਵੀ ਕੋਈ ਰੋਲ ਨਹੀਂ ਲੱਗਦਾ। ਨਹੀਂ ਆਪਾਂ ਕੁਲਵੀਰ ਜੀ ਇਹ ਗੱਲ ਸਮਝੀਏ ਕਿ PM ਮੋਦੀ ਵੀ ਆਪਣੀ ਪੂਰੀ ਕੋਸ਼ਿਸ਼ ਕਰਦਾ ਪਿਆ ਵਾ, ਪਰ ਉਹਦੀ ਜਿਹੜੀ ਪਾਰਟੀ ਦੇ ਲੋਕ ਹੈ ਜਾਂ RSS ਦੇ ਲੋਕ ਹੈ ਉਹ ਕੁਝ ਕਰਨ ਨਹੀਂ ਦਿੰਦੇ ਪਏ। ਅੱਜ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ, PM ਮੋਦੀ ਜੇ PM ਮੋਦੀ ਦੇ ਬੰਦੇ ਉਹਨੂੰ ਕੰਮ ਨਹੀਂ ਕਰਨ ਦੇ ਰਹੇ। ਕਾਰਨ ਹੈ ਜਰਮਨ ਜੀ, ਕਾਰਨ ਉਹੀ ਕਾਰਨ ਹੈ ਜੋ ਮਨਮੋਹਨ ਸਿੰਘ ਅੱਜ ਦੀ ਡੇਟ ਟਿੱਪਣੀਆਂ ਕਰਨ ਲੱਗ ਜੇ ਨਾ ਉਹ ਤਾਂ ਉਹ ਸਾਰਾ ਦਿਨ ਟਿੱਪਣੀਆਂ ਤੋਂ ਬਿਨਾਂ ਕੁਝ ਹੋਰ ਕਰੇਗਾ ਨਹੀਂ। ਔਰ ਲੋਕੀ ਜਾਣ ਕੇ ਉਹਨੂੰ ਹਟਾਉਣ ਵਾਸਤੇ ਜਰਮਨਜੀਤ ਸਿੰਘ ਜੀ ਤੁਸੀਂ ਸਾਰੇ ਰਾਜ ਜੀ ਦੀ ਗੱਲ ਤੇ ਪੂਰੀ ਹੋਣ ਦਿਓ। ਜਰਮਨਜੀਤ ਸਿੰਘ ਏਦਾਂ ਨਹੀਂ ਹੁੰਦਾ ਜਰਮਨਜੀਤ ਸਿੰਘ ਜੀ, ਏਦਾਂ ਨਹੀਂ ਹੁੰਦਾ ਕਿ ਉਹਨੇ PM ਬਣ ਗਿਆ ਉਹਨੇ ਸਰਕਾਰ ਚਲਾਣੀ ਵੀ ਹੈ। ਅੱਜ ਜਿਹੜੇ RSS ਨੂੰ ਕਹੇਗਾ, ਕਈ MLA RSS ਦੇ ਹੀ ਨਾਲ ਜੁੜੇ ਹੋਏ ਨੇ, ਉਹ ਇੱਕ ਮਿੰਟ ਵਿੱਚ ਸਰਕਾਰ ਦੇ ਕੇ ਲਾਂਭੇ ਕਰਨਗੇ। ਵੀ ਕੁਝ ਨਹੀਂ ਕਰ ਸਕਦਾ। ਤੁਸੀਂ ਕਿੱਦਾਂ ਮੰਨ ਸਕਦੇ ਹੋ ਕਿ ਉਹ ਬੰਦੇ ਉਹਨੂੰ ਮੋਦੀ ਦੇ ਫੈਸਲੇ ਮੈਂ ਸਾਰੇ ਪੈਨਲਿਸਟ ਨੂੰ ਇੱਕ ਵਾਰੀ ਦਿਲਰਾਜ ਜੀ ਨੂੰ ਗੱਲ ਤਾਂ ਪੂਰੀ ਕਰ ਲੈਣ ਦਿਓ। ਵੀ ਕਿਹਾ ਉਹਨਾਂ ਦੀ ਗੱਲ ਸੁਣ ਲੈਣ ਦਿਓ। ਮੋਦੀ ਸਾਹਿਬ ਕਿਉਂ ਨਹੀਂ ਦਿਲਰਾਜ ਜੀ ਦੀ ਗੱਲ ਤਾਂ ਪੂਰੀ ਹੋਣ ਦਿਓ। ਗਿਰੀਰਾਜ ਸਿੰਘ ਬੋਲਦੇ ਆ, ਜਦੋਂ ਕੋਈ ਸਾਧ ਵੀ ਬੋਲਦੀ ਆ, ਜਦੋਂ ਕੋਈ ਹੋਰ ਬੋਲਦਾ ਵਾ। ਮੈਂ ਨਹੀਂ ਸਮਝਦਾ ਕਿ ਮੋਦੀ ਸਾਹਿਬ ਬੇਬਸ ਹੋ ਚੁੱਕੇ ਨੇ ਗਿਰੀਰਾਜ ਸਿੰਘ ਕੋਲੋਂ ਜਾਂ ਕਿਸੇ ਸਾਧਵੀ ਦੇ ਸਾਹਮਣੇ। ਰਿਐਲਿਟੀ ਇਹ ਆ ਕਿ RSS ਦਾ ਏਜੰਡਾ ਹੈ ਚੋਣਾਂ ਦੇ ਵਿੱਚ ਪੋਲਰਾਈਜੇਸ਼ਨ ਕਰਕੇ ਚੋਣ ਲਾਭ ਲੈਣਾ। ਜੇ ਸਰਕਾਰ ਆ ਜਾਏ ਤੇ ਇਸ ਪੋਲਰਾਈਜੇਸ਼ਨ ਨੂੰ ਪਰਮਾਨੈਂਟ ਕਰਨਾ, ਕਿਉਂਕਿ RSS ਦੇ ਅੰਦਰ ਜਿਹੜੀ ਐਂਟੀ ਮੁਸਲਿਮ ਤੇ ਐਂਟੀ ਈਸਾਈ ਮਾਨਸਿਕਤਾ ਵਾ ਉਹ ਉਸ ਪੋਲਰਾਈਜੇਸ਼ਨ ਨੂੰ ਕੰਟੀਨਿਊ ਕਰਨਾ ਚਾਹੁੰਦੇ ਨੇ। ਤੇ ਜਦੋਂ ਉਹਨਾਂ ਦੇ ਹੱਥ ਦੇ ਵਿੱਚ ਸਰਕਾਰ ਹੈ ਉਦੋਂ ਉਹਨਾਂ ਨੂੰ ਵਧੇਰੇ ਲਾਹਾ ਮਿਲਦਾ ਇਹਨੂੰ ਪੋਲਰਾਈਜੇਸ਼ਨ ਨੂੰ ਪੱਕਿਆਂ ਕਰਨ ਦਾ। ਅਸਲ ਪ੍ਰੋਬਲਮ ਪੋਲਰਾਈਜੇਸ਼ਨ ਹੈ ਜਿਹੜੀ ਉਹ ਕਰਨਾ ਚਾਹੁੰਦੇ ਆ। ਮੈਂ ਇਹਨੂੰ ਪੋਲੀਟੀਕਲ ਪੋਲਰਾਈਜੇਸ਼ਨ ਨਹੀਂ ਕਹਿ ਰਿਹਾ, ਮੈਂ ਇਹਨੂੰ ਐਂਟੀ ਮੁਸਲਿਮ ਐਂਟੀ ਈਸਾਈ ਆਈਡੀਓਲੋਜੀਕਲ ਪੋਲਰਾਈਜੇਸ਼ਨ ਕਹਿ ਰਿਹਾ। ਪੋਲੀਟੀਕਲ ਪੋਲਰਾਈਜੇਸ਼ਨ ਹੁੰਦੀ ਰਹਿੰਦੀ ਆ, ਉਹਦਾ ਇਲਾਜ ਵੀ ਹੋ ਜਾਂਦਾ, ਪਰ ਸਮਾਜ ਦੇ ਅੰਦਰ ਜਦੋਂ ਤੁਸੀਂ ਨਫ਼ਰਤ ਪੈਦਾ ਕਰ ਦਿੰਦੇ ਹੋ ਫਿਰਕਿਆਂ ਦੇ ਅੰਦਰ, ਉਹ ਬਹੁਤ ਦੂਰ ਤੱਕ ਦੇਸ਼ ਨੂੰ ਤੇ ਕੌਮਾਂ ਦਾ ਨੁਕਸਾਨ ਕਰਦੀ ਹੈ। ਇਸ ਕਰਕੇ ਹੀ ਸਾਨੂੰ ਫੈਸਲਿਆਂ ਬਾਰੇ ਉਸ ਨੁਕਤੇ ਤੋਂ ਸੋਚਣਾ ਚਾਹੀਦਾ। ਚਾਹੇ ਮਾਮਲਾ ਸਹਿਜਧਾਰੀ ਸਿੱਖਾਂ ਦਾ ਹੋਵੇ, ਜੇ ਸਿੱਖਾਂ ਤੇ ਸਹਿਜਧਾਰੀ ਸਿੱਖਾਂ ਦੇ ਵਿੱਚ ਦੀਵਾਰ ਖੜੀ ਹੁੰਦੀ ਉਹਨੇ ਵੀ ਲੰਮੇ ਸਮੇਂ ਦੇ ਵਿੱਚ ਸਿੱਖ ਭਾਈਚਾਰੇ ਦਾ ਨੁਕਸਾਨ ਕਰਨਾ। ਜੇ ਹਿੰਦੂ ਮੁਸਲਿਮ ਦੇ ਵਿੱਚ ਦੀਵਾਰ ਖੜੀ ਹੁੰਦੀ ਉਹਨੇ ਵੀ ਦੋਨਾਂ ਭਾਈਚਾਰਿਆਂ ਦਾ ਲੰਮੇ ਸਮੇਂ ਦੇ ਵਿੱਚ ਨੁਕਸਾਨ ਕਰਨਾ। ਔਰ ਦੂਸਰਾ ਜਿਹੜਾ ਸਭ ਤੋਂ ਵੱਡਾ ਨੁਕਸਾਨ ਹੁੰਦਾ ਜਦੋਂ ਇੱਕ ਫਿਰਕੇ ਦੇ ਲੋਕ ਪੋਲਰਾਈਜੇਸ਼ਨ ਦੀ ਟੋਨ 'ਚ ਬੋਲਦੇ ਨੇ, ਸਾਹਮਣੇ ਵਾਲੇ ਵੀ ਉਸੇ ਟੋਨ ਦੇ ਵਿੱਚ ਬੋਲਦੇ ਨੇ। RSS ਨੇ ਇੱਕ ਫਾਰਮੂਲਾ ਅਪਣਾ ਲਿਆ, ਉਹਨੂੰ ਅੰਗਰੇਜ਼ੀ 'ਚ ਕਿਹਾ ਜਾਂਦਾ ਵਾ ਸ਼ੌਕ ਡਾਕਟਰਾਈਨ। ਉਹ ਸ਼ੌਕ ਡਾਕਟਰਾਈਨ ਦਾ ਅਰਥ ਇਹ ਹੁੰਦਾ ਕਿ ਇੱਕੋ ਤਰ੍ਹਾਂ ਦੀਆਂ ਘਟਨਾਵਾਂ ਇੰਨੀਆਂ ਜ਼ਿਆਦਾ ਪੈਦਾ ਕਰ ਦਿਓ, ਇੰਨੀਆਂ ਜ਼ਿਆਦੀਆਂ
ਵਰਤਾ ਦਿਓ ਕਿ ਹੌਲੀ ਹੌਲੀ ਉਹਨਾਂ ਪ੍ਰਤੀ ਲੋਕਾਂ ਦੇ ਮਨਾਂ ਅੰਦਰੋਂ ਅਹਿਸਾਸ ਹੀ ਖਤਮ ਹੋ ਜਾਵੇ, ਤਾਂ ਕਿ ਲੋਕੀ ਉਹਨਾਂ ਬਾਰੇ ਬੋਲਣਾ ਛੱਡ ਦੇਣ, ਉਹਨਾਂ ਬਾਰੇ ਸੋਚਣਾ ਛੱਡ ਦੇਣ। ਅਸਲ ਵਿੱਚ ਐਂਟੀ ਮੁਸਲਿਮ ਘਟਨਾਵਾਂ ਤਾਂ ਕਰਕੇ ਵਧਾਈ ਜਾ ਰਹੇ ਨੇ ਤਾਂ ਕਿ ਉਹਨਾਂ ਬਾਰੇ ਅਹਿਸਾਸ ਹੌਲੀ ਹੌਲੀ ਖਤਮ ਹੋ ਜਾਵੇ। ਸਾਰੀਆਂ ਗੱਡੀਆਂ ਸੁਖਦੇਵ ਜੀ, ਕਿਹੜੀ ਪਾਰਟੀ ਨਹੀਂ ਕਰਦੀ? ਆਪਾਂ ਕਹਿੰਦੇ RSS ਨੂੰ ਕਲਪ੍ਰਿਟ ਬਣਾਉਂਦੇ ਪਏ ਆ। ਮੈਂ ਤਾਂ ਇੱਥੇ ਆਮ ਆਦਮੀ ਪਾਰਟੀ ਨੂੰ ਵੀ ਉਨਾ ਹੀ ਕਲਪ੍ਰਿਟ ਬਣਾਉਣਾ। ਉਹ ਵੀ ਇੱਥੇ ਪੰਜਾਬ ਵਿੱਚ ਆ ਕੇ ਕਹਿੰਦੇ ਨੇ ਕਿ ਅਸੀਂ ਸਿੱਖ ਨੂੰ CM ਬਣਾਵਾਂਗੇ, ਉਹ ਵੀ ਡੇਰਾਵਾਦ ਤੇ ਜਾਂਦੇ ਪਏ ਨੇ। ਸਾਰੀਆਂ ਪਾਰਟੀਆਂ ਕਰਦੀਆਂ ਪਈਆਂ। ਜਵਾਬ ਇੱਕ ਸਵਾਲ ਮੈਂ ਪੁੱਛਣਾ ਚਾਹੁੰਦਾ ਸਰਦੀਪ ਜੀ ਨੂੰ, ਕਿਆ ਇਹ ਦਾਅਵੇ ਨਾਲ ਕਹਿ ਸਕਦੇ ਕਿ ਪੋਲਰਾਈਜੇਸ਼ਨ ਦੀ ਰਾਜਨੀਤੀ, ਵੋਟ ਬੈਂਕ ਦੀ ਰਾਜਨੀਤੀ ਸਿਰਫ BJP ਜਾਂ ਮੋਦੀ ਦੇ ਆਉਣ ਨਾਲ ਸ਼ੁਰੂ ਹੋਈ ਹੈ? ਕਿਆ ਜਿਹੜੀ ਔਰ ਦੂਸਰੀ ਗੱਲ, ਜਿਵੇਂ ਅੱਜ ਹਿੰਦੂ ਤੇ ਮੁਸਲਿਮ ਦੋਵੇਂ ਫਿਰਕਿਆਂ ਦੇ ਲੋਕ ਕਿੰਨੇ ਹੀ ਪਲੇਟਫਾਰਮਾਂ ਤੇ ਆ ਕੇ ਇਕੱਠੇ ਡਿਸਕਸ ਕਰਦੇ ਨੇ, ਕਿਆ ਇਹ ਅੱਜ ਤੋਂ 2 ਸਾਲ ਪਹਿਲਾਂ ਵਾਲੀ ਸਰਕਾਰ ਹੁੰਦੀ ਹੈ ਪੋਸੀਬਲ ਹੋਣ ਦਿੱਤਾ ਜਾਂਦਾ? ਕਿਉਂਕਿ ਉਹਨੂੰ ਲੱਗਣਾ ਸੀ ਕਿ ਸਾਡਾ ਵੋਟ ਬੈਂਕ ਖਿਲਰ ਰਿਹਾ। ਇਹ ਜਿਹੜੀ ਸਰ ਮੈਂ ਨਹੀਂ ਕਹਿ ਰਿਹਾ ਕਿ ਚੰਡੀ RSS ਕਰ ਰਹੀ ਹੈ, BJP ਦੀ ਹੋਂਦ ਨਹੀਂ ਸੀ। ਮੈਨੂੰ ਜਵਾਬ ਦੇ ਲੱਗਦਾ ਪਲੀਜ਼। ਅਜੀਤ ਜੀ ਜਦੋਂ ਮੈਂ ਕਹਿ ਰਿਹਾ ਸੀ, ਮੈਂ ਵਿੱਚ ਵੀ ਬੋਲਦਿਆਂ ਕਿ ਆਪਣੀ ਗੱਲ RSS ਦੇ ਖਿਲਾਫ ਬੋਲਦਿਆਂ ਵੀ ਕਿਹਾ ਜੇ ਜਿੱਦਾਂ ਬਾਦਲ ਨੇ ਵੀ ਕੀਤਾ ਵਾ ਸਿਆਸਤਧਾਰੀ ਮਾਮਲੇ ਤੇ, RSS ਵੀ ਕਰਦੀ ਆ। ਮੈਂ ਇਹ ਵੀ ਕਹੂੰਗਾ ਕਾਂਗਰਸ ਵੀ ਕਰਦੀ ਹੈ। ਮੈਂ ਕਿਸੇ ਨੂੰ ਬਰੀ ਨਹੀਂ ਕਰ ਰਿਹਾ, ਮੈਂ ਸਿਰਫ ਇਹ ਕਹਿਣ ਦਾ ਯਤਨ ਕਰ ਰਿਹਾ ਕਿ ਜਦੋਂ ਇੱਕੋ ਤਰ੍ਹਾਂ ਦੀਆਂ ਘਟਨਾਵਾਂ ਲਗਾਤਾਰ ਵਾਪਰਦੀਆਂ ਨੇ, ਤੁਹਾਡੇ ਅੰਦਰੋਂ ਉਹਨਾਂ ਲਈ ਅਹਿਸਾਸ ਮਰ ਜਾਂਦਾ। ਦਹੇਜ ਹੱਤਿਆ ਅੱਜ ਤੋਂ 30 ਸਾਲ ਪਹਿਲਾਂ ਵੀ ਹੁੰਦੀ ਸੀ, ਅੱਜ ਵੀ ਹੁੰਦੀ ਹੈ, ਪਰ ਅੱਜ ਦਹੇਜ ਹੱਤਿਆ ਦੇ ਉੱਤੇ ਕਿਉਂਕਿ ਇੰਨੀ ਵਾਰ ਉਹ ਘਟਨਾਵਾਂ ਵਾਪਰ ਚੁੱਕੀਆਂ, ਤੁਹਾਡੇ ਅੰਦਰ ਕੋਈ ਸੰਵੇਦਨਾ ਨਹੀਂ ਜਾਗਦੀ। ਭਰੂਣ ਹੱਤਿਆ ਦੀਆਂ ਘਟਨਾਵਾਂ ਪੰਜਾਬ ਦੇ ਅੰਦਰ ਇੰਨੀਆਂ ਵਾਪਰ ਚੁੱਕੀਆਂ ਨੇ, ਜੇ ਤੁਹਾਨੂੰ ਪਤਾ ਲੱਗਦਾ ਫਲਾਣੇ ਬੰਦੇ ਨੇ ਭਰੂਣ ਹੱਤਿਆ ਕਰਵਾਤੀ, ਤੁਹਾਡੇ ਅੰਦਰ ਕੋਈ ਸੰਵੇਦਨਾ ਨਹੀਂ ਜਾਗਦੀ। ਕੱਲ ਨੂੰ ਇੰਨੀ ਵਾਰ ਤੁਸੀਂ ਦੰਗੇ ਕਰਵਾ ਦੋਗੇ ਇਸ ਦੇਸ਼ ਦੇ ਵਿੱਚ ਤੇ ਹੌਲੀ ਹੌਲੀ ਲੋਕਾਂ ਅੰਦਰੋਂ ਇਹਦੇ ਪ੍ਰਤੀ ਵੀ ਸੰਵੇਦਨਾ ਮਰ ਜੂਗੀ। RSS ਸਾਰੀਆਂ ਫਿਰਕਾ ਪ੍ਰਸਤ ਜਥੇਬੰਦੀਆਂ, ਸਾਰੀਆਂ ਸੱਤਾਧਾਰੀ ਪਾਰਟੀਆਂ ਇਸੇ ਕਿਸਮ ਦੀ ਮਾਨਸਿਕਤਾ ਤੁਹਾਡੇ ਸਮਾਜ ਅੰਦਰ ਪੈਦਾ ਕਰ ਰਹੀਆਂ। ਵੀਰ ਜੀ ਇਹ RSS ਤੇ ਆਪਾਂ ਕਿਉਂ ਕਹਿੰਦੇ ਕਿਉਂ ਕਰਾਉਂਦੇ ਪਏ? ਹੁਣ ਓਵਾਸੀ ਦੀ ਜੇ ਆਪਾਂ ਗੱਲ ਕਰੀਏ, ਓਵਾਸੀ ਨੇ ਜਦੋਂ ਤੱਕ ਤਾਂ ਕਾਂਗਰਸ ਦਾ ਸ਼ਾਸਨ ਹੈ ਉਦੋਂ ਤੱਕ ਕਦੀ ਨਹੀਂ ਕਿਹਾ ਕਿ ਮੈਂ ਭਾਰਤ ਮਾਤਾ ਕੀ ਜੈ ਨਹੀਂ ਕਿਹਾ। ਜਦੋਂ ਹੁਣ BJP ਦਾ ਉਦੋਂ ਜੋ ਕਹਿੰਦੇ ਰਾਜੀ, ਮੈਂ ਪਹਿਲੇ ਹਿੱਸੇ ਤੇ ਬੋਲਦੇ ਕਿਹਾ ਸੀ ਕਿ ਉਹ ਚਾਹੁੰਦੇ ਨੇ ਕਿ ਅਸੀਂ ਏਦਾਂ ਦੀਆਂ ਗੱਲਾਂ ਕਰੀਏ ਕਿ ਸਾਡੇ ਵਿਰੋਧੀ ਸਾਡੇ ਪੂਰਕ ਬਣ ਕੇ ਉਹੀ ਗੱਲਾਂ ਕਰਨ। ਜਦੋਂ ਦੋ ਫਿਰਕਾ ਪ੍ਰਸਤ ਲੜਦੇ ਨੇ, ਉਹ ਵੇਖਣ ਨੂੰ ਲੱਗਦਾ ਨਾ ਇੱਕ ਦੂਜੇ ਦਾ ਵਿਰੋਧ ਕਰ ਰਹੇ ਨੇ, ਪ੍ਰੈਕਟੀਕਲੀ ਉਹ ਇੱਕ ਦੂਜੇ ਨੂੰ ਸਪੋਰਟ ਕਰ ਰਹੇ ਹੁੰਦੇ ਨੇ। ਜੇ ਇੱਕ ਹਿੰਦੂ ਫਿਰਕਾ ਪ੍ਰਸਤੀ ਫੈਲਾ ਰਿਹਾ, ਦੂਜਾ ਮੁਸਲਿਮ ਫਿਰਕਾ ਪ੍ਰਸਤੀ ਫੈਲਾ ਰਿਹਾ। ਜਦੋਂ ਪੰਜਾਬ ਦੇ ਵਿੱਚ ਵੀ ਕਿਹਾ ਜਾਂਦਾ ਸੀ ਨਾ ਇੱਕ ਦੇ ਹਿੱਸੇ 35 ਆਉਂਦੇ ਆ, ਤਾਂ ਬਰਾਬਰ ਲੋਕੀ ਇਹ ਵੀ ਕਹਿੰਦੇ ਸੀ ਤੇ ਫਿਰ 35 ਦੇ ਹਿੱਸੇ ਵੀ ਇੱਕ ਆਉਂਦਾ। ਇਟ ਮੀਨ ਦੋਨੋਂ ਜਾਣੇ ਗੁਨਾਹ ਕਰ ਰਹੇ ਸੀ। ਹੁਣ ਵੀ ਅਵੈਸੀ ਹੋਵੇ ਤੇ ਚਾਹੇ ਹੋਵੇ RSS ਦਾ ਗਿਰੀਰਾਜ ਸਿੰਘ, ਉਹ ਇੱਕੋ ਕੰਮ ਕਰ ਰਹੇ ਨੇ ਔਰ ਦੋਨੋਂ ਸਾਡੇ ਦੇਸ਼ ਦੇ ਖਿਲਾਫ ਕੰਮ ਕਰ ਰਹੇ ਨੇ, ਕਿਉਂਕਿ ਦੋਨੋਂ ਭਾਈਚਾਰਿਆਂ ਨੂੰ ਉਹ ਲੌਜਿਕ ਦੇ ਉੱਤੇ ਸੋਚਣ ਤੋਂ ਰੋਕ ਕੇ ਇੱਕ ਫਿਰਕਾ ਪ੍ਰਸਤ ਤਰੀਕੇ ਨਾਲ ਸੋਚਣ ਦਾ ਢੰਗ ਸਿਖਾ ਰਹੇ ਨੇ। ਸਾਡੀ ਲੜਾਈ ਉਸ ਢੰਗ ਦੇ ਵਿਰੁੱਧ ਆ। ਸਾਡੀ ਪਰਸਨਲ ਲੜਾਈ, ਮੇਰੀ ਕੋਈ ਗਿਰੀਰਾਜ ਨਾਲ ਪਰਸਨਲ ਲੜਾਈ ਨਹੀਂ, ਮੇਰੀ ਕੋਈ ਓਵੇਸੀ ਨਾਲ ਪਰਸਨਲ ਲੜਾਈ ਨਹੀਂ। ਮੇਰੀ ਲੜਾਈ ਉਹਨਾਂ ਨਾਲ ਇਹ ਹੈ ਕਿ ਉਹ ਮੇਰੇ ਦੇਸ਼ ਦੇ ਲੋਕਾਂ ਦੇ ਅੰਦਰ ਗਲਤ ਪ੍ਰਵਿਰਤੀ ਪੈਦਾ ਕਰ ਰਹੇ ਨੇ ਤੇ ਮੇਰੀ ਜ਼ਿੰਮੇਵਾਰੀ ਬਣ ਜਾਂਦੀ ਹੈ ਇੱਕ ਜਰਨਲਿਸਟ ਦੇ ਤੌਰ ਤੇ ਕਿ ਮੈਂ ਉਸ ਗਲਤ ਪ੍ਰਵਿਰਤੀ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਾਂ। ਔਰ ਮੈਂ ਇਹ ਮੰਨਦਾ ਨਹੀਂ ਹੈ ਕਿ ਪੱਤਰਕਾਰੀ ਕੋਈ ਨਿਰਪੱਖ ਪੇਸ਼ਾ ਹੁੰਦੀ ਹੈ। ਪੱਤਰਕਾਰੀ ਵੀ ਇੱਕ ਦੀ ਜ਼ਿੰਮੇਵਾਰੀ ਦਾ ਅਰਥ ਇਹੀ ਹੈ ਕਿ ਅਸੀਂ ਲੋਕਾਂ ਪ੍ਰਤੀ ਜਵਾਬ ਦੇ ਹਾਂ, ਅਸੀਂ ਆਮ ਬੰਦੇ ਪ੍ਰਤੀ ਜਵਾਬ ਦੇ ਹਾਂ, ਅਸੀਂ ਕਿਸੇ ਅਵੈਸੀ, ਕਿਸੇ ਬਾਦਲ, ਕਿਸੇ ਮੋਦੀ ਪ੍ਰਤੀ ਜਵਾਬਦੇਹ ਨਹੀਂ ਆ। ਇਹੀ ਸਾਡੀ ਨਿਰਪੱਖਤਾ ਹੈ, ਇਹੀ ਸਾਡੀ ਰਿਸਪੌਂਸਿਬਿਲਿਟੀ ਹੈ। ਇੱਕ ਹੋਰ ਜਿਹਨਾਂ ਲੋਕਾਂ ਨੇ ਸਭ ਤੋਂ ਵੱਧ ਗੱਲ ਰੱਖੀ ਹੈ ਉਹੀ ਸਿੱਖੋਇਜ਼ਮ ਦੇ, ਉਹੀ ਧਰਮਨਿਰਪੱਖਤਾ ਦੇ ਜਿਹੜੇ ਹੈਗੇ ਅੱਜ ਚੈਂਪੀਅਨ ਬਣੇ। ਮੈਂ ਅਗਲਾ ਮੁੱਦਾ ਡਿਸਕਸ ਕਰਨਾ ਚਾਹੁੰਦਾ ਹਾਂ। ਇੱਕ ਬੜੀ ਇੰਪੋਰਟੈਂਟ ਨਿਊਜ਼ ਹੈ ਜਿਹਦੇ ਉੱਤੇ ਸਾਨੂੰ ਜ਼ਰੂਰ ਨਿਗਾਹ ਰੱਖਣੀ ਚਾਹੀਦੀ ਹੈ। ਅਜੀਤ ਜੀ ਐਂਡ ਸੰਦੀਪ ਜੀ, ਅਜੀਤ ਜੀ ਐਂਡ ਸੰਦੀਪ ਜੀ, ਇੱਕ ਦਿਨ ਦੇਖੋ ਅਜੀਤ ਜੀ ਐਂਡ ਸੰਦੀਪ ਜੀ, ਅਜੀਤ ਜੀ ਜਦੋਂ ਇਸੇ ਚੈਨਲ ਦੇ ਉੱਤੋਂ ਕੌਣ ਕਹਿੰਦਾ ਕੱਲੇ RSS ਨੂੰ ਕਿਹਾ ਜਾਂਦਾ? ਮੈਂ ਤੇ ਵੈਸੀ ਨੂੰ ਹੁਣੇ ਲੈ ਕੇ
अजीत जी, जगदीश जी, बहुत मैं लोग अगला कहते मुद्दा हैं, डिस्कस मैं करना चाहूंगा। मेरे ਉਹਨਾਂ ਕੋਲ ਨਾਲ टाइम ਐਗਰੀ नहीं ਵੀ ਨਹੀਂ बचा। ਕਰਦਾ ਜਾਵੇਦ ਅਖਤਰ ਜੀ ਨਾਲ। अजीत जी, ਉਹਨਾਂ ਨੇ ਰਾਜ जगदीश ਸਭਾ जी, ਦੇ ਵਿੱਚ ਓਵੈਸੀ ਦੇ ਖਿਲਾਫ ਬੋਲੇ ਨੇ। ਕੌਣ ਕਹਿੰਦਾ ਨਹੀਂ ਬੋਲਿਆ ਜਾ ਰਿਹਾ? ਉਹ ਮੁਸਲਮਾਨ ਹੋਣ ਦੇ ਬਾਵਜੂਦ ਉਹਦੇ ਖਿਲਾਫ ਬੋਲੇ ਨੇ। ਉਹ ਕਿਉਂ ਬੋਲੇ ਨੇ? ਐਦਾਂ ਦੀ ਕੋਈ ਗੱਲ ਨਹੀਂ ਹੈ ਕਿ ਸਾਰੇ ਲੋਕ ਇਕੱਲੇ ਆਰਐਸਐਸ ਦੇ ਖਿਲਾਫ ਨੇ। ਜਿਹੜੇ ਜੈਨੂਅਲ ਬੰਦੇ ਨੇ ਉਹ ਹਰ ਤਰ੍ਹਾਂ ਦੀ ਫਿਰਕਾ ਪ੍ਰਸਤੀ ਦੇ ਖਿਲਾਫ ਨੇ। अजीत जी, अजीत जी, अजीत जी, please हरप्रीत जी ਨੂੰ ਬੋਲ ਲੈਣ ਦਿਓ। ਤੁਸੀਂ ਦੋਵੇਂ ਇਜਾਜ਼ਤ ਦਿਓ। ਹਾਂਜੀ ਬਿਲਕੁਲ। ਹਾਂਜੀ ਥੈਂਕ ਯੂ ਜੀ, ਥੈਂਕ ਯੂ। ਇੱਕ ਜੇ ਤੁਸੀਂ ਦੇਖੋ ਤਾਂ ਮੋਦੀ ਸਾਹਿਬ ਦੇ ਉੱਤੇ ਗੱਲ ਚੱਲ ਰਹੀ ਸੀ। ਇੱਕ ਬੜੀ ਇੰਟਰਸਟਿੰਗ ਨਿਊਜ਼ ਅੱਜ ਮੇਰੇ ਨਿਗਾਹ ਵਿੱਚ ਆਈ ਸੀ, ਜਿਹੜੀ ਮੈਂ ਜ਼ਰੂਰ ਸ਼ੇਅਰ ਕਰਨਾ ਚਾਹੂੰਗਾ। ਪਹਿਲੀ ਵਾਰ 20 ਸਾਲਾਂ 'ਚ ਪਹਿਲੀ ਵਾਰ 20 ਸਾਲਾਂ ਵਿੱਚ ਪਾਕਿਸਤਾਨ ਨੇ ਜਦੋਂ ਆਪਣਾ ਫੋਰਨ ਸੈਕਟਰੀ ਦਿੱਲੀ ਭੇਜਿਆ ਵਾ, ਉਹਨੂੰ ਮਿਲਣ ਵਾਸਤੇ ਹੁਰੀਅਤ ਜਾਂ ਦੂਜੇ JNK ਸੈਪਰੇਟਿਸਟ ਲੀਡਰ ਨੂੰ ਇਨਵਾਈਟ ਨਹੀਂ ਕੀਤਾ। ਕੀ ਤੁਸੀਂ ਇਹਨੂੰ ਜੋ ਮੋਦੀ ਸਾਹਿਬ ਦੀ ਨੀਤੀ ਚੱਲ ਰਹੀ ਹੈ ਇਸ ਟਾਈਮ ਪਾਕਿਸਤਾਨ ਨੂੰ ਲੈ ਕੇ, ਜਾਂ ਜੋ ਮੋਦੀ ਸਾਹਿਬ ਦੇ ਕੋਸ਼ਿਸ਼ ਚੱਲ ਰਹੀ ਆ, ਕਿ ਤੁਸੀਂ ਉਹਨੂੰ ਕਾਮਯਾਬ ਕਹੋਗੇ? ਰਿਪੀਟ ਕਰੋਗੇ? ਮੈਂ ਗੱਲ ਪੂਰੀ ਸਮਝ ਨਹੀਂ ਸਕਿਆ ਤੁਹਾਡੀ। ਬਿਲਕੁਲ ਇਹਨੂੰ ਕਿਤੇ ਹੱਦ ਤੱਕ ਕਾਮਯਾਬੀ ਕਵਾਂਗੇ ਕਿ ਹੁਰੀਅਤ ਨੇਤਾ ਪਹਿਲੀ ਵਾਰੀ ਏਦਾਂ ਹੋਇਆ ਵਾ ਕਿ ਨਹੀਂ ਸੱਦੇ ਗਏ। ਮੈਨੂੰ ਹਜੇ ਵੀ ਯਾਦ ਹੈ ਪਿਛਲੀ ਜਿਹੜੀ NIA ਮੀਟਿੰਗ ਕੈਂਸਲ ਹੋਈ ਸੀਗੀ, ਉਹਦੇ ਵਿੱਚ ਵੀ ਇਹ ਇਸੇ ਕਰਕੇ ਕੈਂਸਲ ਹੋਈ ਸੀ ਕਿ ਉਹ ਕਹਿੰਦੇ ਸੀ ਕਿ ਹੁਰੀਅਤ ਨੇਤਾ ਸੱਦਣੇ ਆ ਤੇ ਇੰਡੀਆ ਕਹਿੰਦਾ ਸੀਗਾ ਕਿ ਅਸੀਂ ਨਹੀਂ ਸੱਦਦੇ, ਜੇ ਸੱਦਣੇ ਆ ਤੇ ਮੀਟਿੰਗ ਕੋਈ ਟਾਕ ਹੋ ਹੀ ਨਹੀਂ ਸਕਦੀ। ਤੇ ਬਿਲਕੁਲ ਇਹਨੂੰ ਕਿਸੇ ਹੱਦ ਤੱਕ ਤਾਂ ਅਸੀਂ ਜਿੱਤ ਕਵਾਂਗੇ, ਪਰ ਹਜੇ ਬਹੁਤ ਵੱਡਾ ਸਫ਼ਰ ਬਾਕੀ ਹੈਗਾ ਮੋਦੀ ਸਾਹਿਬ ਲਈ ਤੇ ਭਾਰਤ ਸਰਕਾਰ ਲਈ। ਜੇ ਉਹ ਜਿੱਦਾਂ ਪਹਿਲੇ ਗੱਲਾਂ ਕਰਦੇ ਸੀਗੇ ਕਿ ਜੇ ਪਾਕਿਸਤਾਨ ਇੱਕ ਬੰਬ ਸੁੱਟੇਗਾ ਤੇ ਅਸੀਂ ਬੰਬਾਂ ਦੀ ਬੁਛਾਰਾਂ ਲਾ ਦਾਂਗੇ, ਅਸੀਂ ਪਾਕਿਸਤਾਨ ਤੇ ਕਬਜ਼ੇ ਕਰ ਲਵਾਂਗੇ ਜਾਂ ਵਟਸਐਵਰ, ਜੇ ਉਦਾਂ ਦਾ ਕੁਝ ਹਜੇ ਵੀ ਕਰ ਲੈਣ ਤੇ ਮੈਨੂੰ ਲੱਗਦਾ ਕਿ ਬਹੁਤ ਵੱਡੀ ਜਿੱਤ ਹੋਏਗੀ। ਈਵਨ ਜੇ ਅਸੀਂ, ਮੈਂ ਫਿਰ ਤੋਂ ਰਿਪੀਟ ਕਰਦਾ ਕਿਉਂਕਿ ਕੁਝ ਪੈਨਲਿਸਟ ਕਹਿ ਰਹੇ ਸੀ ਉਹਨਾਂ ਨੂੰ ਮੇਰੀ ਗੱਲ ਸਮਝ ਨਹੀਂ ਆਈ। ਮੈਂ ਚਾਹਾਂਗਾ ਪਹਿਲਾਂ ਜਰਮਨ ਜੀ ਤਸਵੀਰ ਜੀ ਜ਼ਰੂਰ ਜਵਾਬ ਦੇਣ, ਬਾਕੀ ਬਾਅਦ ਬੰਦੇ ਅਸੀਂ ਬਾਅਦ ਚ ਬੋਲਾਂਗੇ ਜੀ। ਥੈਂਕ ਯੂ ਜੀ, ਥੈਂਕ ਯੂ ਸਬਦੀਪ ਜੀ। ਪਹਿਲੀ ਵਾਰ 20 ਸਾਲ ਵਿੱਚ ਹੋਇਆ। ਮੈਨੂੰ ਤੁਹਾਡਾ ਸਵਾਲ ਸਮਝ ਲੱਗ ਗਿਆ ਆਪਣਾ ਹਰਪ੍ਰੀਤ ਜੀ ਕਿ ਤੁਸੀਂ ਕਿਹਾ ਕਿ ਪਹਿਲੀ ਵਾਰ ਹੈ ਕਿ ਪਾਕਿਸਤਾਨ ਵਿੱਚ ਹੁਰੀਅਤ ਜਿਹੜੇ ਜੰਮੂ ਕਸ਼ਮੀਰ ਦੇ ਵੱਖ-ਵੱਖ ਦੇ ਨੇਤਾ ਨੇ ਹੁਰੀਅਤ ਉਹਨਾਂ ਨੂੰ ਸ਼ਾਮਲ ਕਰਨ ਦੀ ਸ਼ਰਤ ਨਹੀਂ ਰੱਖੀ ਤਾਂ ਉਹਨਾਂ ਤੋਂ ਬਗੈਰ ਇਹ ਗੱਲਬਾਤ ਹੋਈ ਹੈ। ਮੈਂ ਤੁਹਾਨੂੰ ਇੱਥੇ ਦੱਸਦਾ ਕਿ ਜਿਹੜੇ ਪਾਕਿਸਤਾਨ ਦੇ ਵਿਦੇਸ਼ ਸਕੱਤਰ ਆਏ ਸਨ ਉਹ ਦਿੱਲੀ ਦੇ ਵਿੱਚ ਹਾਰਟ ਆਫ ਏਸ਼ੀਆ ਜਿਹੜਾ ਸੰਮੇਲਨ ਹੋਇਆ ਸੀ ਉਹਦੇ ਵਿੱਚ ਹਿੱਸਾ ਲੈਣ ਲਈ ਆਏ ਸੀ। ਇਸ ਦੌਰਾਨ ਇਹ ਜਿਹੜੀ ਟਾਕ ਹੋਈ ਹੈ ਥੋੜੇ ਦੇਰ ਲਈ ਹੋਈ ਹੈ, ਪਰ ਇਹਦੇ ਵਿੱਚ ਵੀ ਤੁਸੀਂ ਦੇਖੋ ਕਿ ਪਾਕਿਸਤਾਨ ਨੇ ਸਭ ਤੋਂ ਪਹਿਲਾਂ ਜਿਹੜੀ ਗੱਲ ਇਹ ਮੁੱਦਾ ਰੱਖਦਾ ਕਿ ਕਸ਼ਮੀਰ ਤੋਂ ਬਿਨਾਂ ਗੱਲ ਹੀ ਨਹੀਂ ਕਰਨਗੇ। ਇਹਦੇ ਵਿੱਚ ਮੈਨੂੰ ਲੱਗਦਾ ਨਹੀਂ ਕੋਈ ਕਿ ਮੋਦੀ ਸਰਕਾਰ ਦੀ ਕੋਈ ਜਿੱਤ ਹੋਈ ਹੈ ਜਾਂ ਕੂਟਨੀਤਿਕ ਜਿੱਤ ਹੋਈ ਹੈ, ਬਿਲਕੁਲ ਨਹੀਂ ਹੋਈ। ਉਹਨਾਂ ਨੇ ਆਉਂਦੇ ਹੀ ਮੁੱਦਾ ਰੱਖਤਾ, ਗੱਲਬਾਤ ਹੋਈ ਨਹੀਂ ਕਿ ਹਾਂ ਅਜੇ ਗੱਲਬਾਤ ਨੂੰ ਕੁਝ ਮਿੰਟ ਹੀ ਹੋਏ ਸਨ ਤਾਂ ਪਾਕਿਸਤਾਨ ਨੇ ਇੱਕ ਵੱਖਰੀ ਸਟੇਟਮੈਂਟ ਜਾਰੀ ਕਰ ਦਿੱਤੀ ਕਿ ਪਾਕਿਸਤਾਨ ਕਸ਼ਮੀਰ ਤੋਂ ਬਿਨਾਂ ਤੇ ਅੱਗੇ ਗੱਲ ਹੀ ਨਹੀਂ ਕਰ ਸਕਦਾ। ਤੇ ਮੈਨੂੰ ਲੱਗਦਾ ਕਿ ਇਹਦੇ ਵਿੱਚ ਕੋਈ ਪੂਰੀ ਉਹਨੂੰ ਸ਼ਾਮਲ ਕਰਨ ਦੀ ਗੱਲ ਜਾਂ ਉਹਨਾਂ ਨੂੰ ਨਾ ਕਰਨ ਦੀ ਕੋਈ ਉਹਦੇ ਤੇ ਕੋਈ ਕਿ ਪਾਕਿਸਤਾਨ ਜਾਂ ਆਪਣੀ ਮੋਦੀ ਸਰਕਾਰ ਦੀ ਕੂਟਨੀਤਿਕ ਜਿੱਤ ਹੋਈ ਹੈ। ਹਰਪ੍ਰੀਤ ਜੀ ਮੈਨੂੰ ਇਸ ਤਰ੍ਹਾਂ ਲੱਗਦਾ, ਹਰਪ੍ਰੀਤ ਜੀ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਹਰਪ੍ਰੀਤ ਜੀ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਅਜੀਤ ਜੀ ਸਬਦੀਪ ਜੀ ਕੁਲਵੀਰ ਜੀ ਤੇ ਜਰਮਨ ਜੀ ਨੂੰ ਮੌਕਾ ਦਿੱਤਾ ਜਾਵੇ ਪਲੀਜ਼। ਮੈਨੂੰ ਲੱਗਦਾ ਅਜੀਤ ਜੀ ਨੂੰ ਆਪਾਂ 15-20 ਮਿੰਟ ਇਕੱਠੇ ਦੇ ਦਿਆ ਕਰੀਏ ਜੀ। ਨਹੀਂ ਐਸੀ ਕੋਈ ਗੱਲ ਨਹੀਂ ਹੈਗੀ ਜੀ। ਹਾਂ ਜੀ ਮੈਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਕੋਈ ਉਹਨਾਂ ਦੀ ਜਿੱਤ ਹੋਈ ਆ PM ਮੋਦੀ ਦੀ ਜਾਂ ਕੁਛ ਹੋਈ ਆ। ਇੱਕ ਸਿਆਸਤ ਦਾ ਹਿੱਸਾ ਇੰਟਰਨੈਸ਼ਨਲ ਲੈਵਲ ਤੇ ਮੋਦੀ ਜੀ ਨੇ ਇੱਕ ਬਹੁਤ ਵੱਡਾ ਜਿਹੜਾ ਹੈਗਾ ਆਪਣਾ ਸਫ਼ਰ ਕੀਤਾ, ਬਹੁਤ ਸਾਰੀਆਂ ਕੰਟਰੀਆਂ ਵਿੱਚ ਗਏ ਨੇ। ਉਹ ਇੰਟਰਨੈਸ਼ਨਲ ਲੈਵਲ ਤੇ ਇੱਕ ਚੀਜ਼ ਸਪਰੈਡ ਕਰਨਾ ਚਾਹੁੰਦੇ, ਇੱਕ ਚੀਜ਼ ਦਿਖਾਉਣਾ ਚਾਹੁੰਦੇ ਕਿ ਭਾਰਤ ਤਾਂ ਪਾਕਿਸਤਾਨ ਦੇ ਨਾਲ ਜਿਹੜਾ ਸੰਬੰਧ ਬਣਾਉਣ ਵਾਸਤੇ ਬਹੁਤ ਕੋਸ਼ਿਸ਼ਾਂ ਕਰ ਰਿਹਾ, ਪਾਕਿਸਤਾਨ ਵੱਲੋਂ ਕੋਈ ਕੋਸ਼ਿਸ਼ ਨਹੀਂ ਹੋ ਰਹੀ। ਹਾਲਾਂਕਿ ਇਹ ਗੱਲ ਉਹਨਾਂ ਨੂੰ ਵੀ ਪਤਾ ਹੈ ਕਿ ਇਹਦਾ ਰਿਜ਼ਲਟ ਕੋਈ ਨਹੀਂ ਨਿਕਲਣਾ। ਇਹ ਸਾਨੂੰ ਵੀ ਪਤਾ ਹੈ ਕਿ ਮੋਦੀ ਸਾਹਿਬ ਦੀ ਅਸਲ ਵਿੱਚ ਸੋਚ ਪਾਕਿਸਤਾਨ ਨੂੰ ਲੈ ਕੇ ਕੀ ਹੈਗੀ ਆ, ਉਹਨਾਂ ਦੇ ਪਿੱਛੇ ਜਿਹੜੀ ਬਾਡੀ ਕੰਮ ਕਰਦੀ ਆ RSS, ਉਹਦੀ ਸੋਚ ਪਾਕਿਸਤਾਨ ਨੂੰ ਲੈ ਕੇ ਕੀ ਹੈਗੀ ਆ, ਇਹ ਜੱਗ ਜ਼ਾਹਰ ਹੈਗੀ, ਸਭ ਨੂੰ ਪਤਾ ਹੈਗਾ। ਪਰ ਇਹ ਜੋ ਕੁਝ ਵੀ ਕੀਤਾ ਜਾ ਰਿਹਾ ਮੇਰੇ ਖਿਆਲ ਦੇ ਨਾਲ ਇਹ ਸਾਰਾ ਕੁਝ ਇੰਟਰਨੈਸ਼ਨਲ ਲੈਵਲ ਦੇ ਉੱਪਰ ਇਹ ਚੀਜ਼ ਦਾ ਪ੍ਰਚਾਰ ਕਰਨ ਵਾਸਤੇ ਕੀਤਾ ਜਾ ਰਿਹਾ ਕਿ ਭਾਰਤ ਬਾਰ-ਬਾਰ ਪਾਕਿਸਤਾਨ ਨਾਲ ਗੱਲ ਕਰਨੀ ਚਾਹੁੰਦਾ ਹੈ, ਪਾਕਿਸਤਾਨ ਨਾਲ ਪੀਸ ਟਾਕ ਕਰਨੀ ਚਾਹੁੰਦਾ ਹੈ, ਪਰ ਪਾਕਿਸਤਾਨ ਵੱਲੋਂ ਰਿਸਪੌਂਸ ਨਹੀਂ ਆਉਂਦਾ। ਉਹ ਆਪਣੇ ਆਪ ਨੂੰ ਮੋਦੀ ਜੀ ਇੱਕ ਸਮੇਟ ਕੇ ਆਪਣੇ ਆਪ ਨੂੰ ਇੱਕ ਵਧੀਆ ਤਰੀਕੇ ਨਾਲ ਪੇਸ਼ ਕਰਨਾ ਚਾਹੁੰਦੇ ਨੇ। ਮੈਨੂੰ ਇਸ ਤੋਂ ਜ਼ਿਆਦਾ ਇਹ ਜਿਹੜੀਆਂ ਪਾਕਿਸਤਾਨ ਦੇ ਨਾਲ ਟਾਕਸ ਹੁੰਦੀਆਂ ਜਾਂ ਜੋ ਵੀ ਗੱਲਬਾਤ ਹੁੰਦੀ ਆ, ਇਸ ਤੋਂ ਜ਼ਿਆਦਾ ਹੋਰ ਕੁਝ ਨਹੀਂ ਲੱਗਦੀ ਜੀ। ਹਰਪ੍ਰੀਤ ਜੀ ਮੈਂ ਥੋੜੀ ਜਿਹੀ ਇੱਥੇ ਗੱਲ ਕਰਨਾ ਚਾਹਾਂਗਾ। ਦੇਖੋ ਜਦੋਂ ਪਾਕਿਸਤਾਨ ਵਾਰ-ਵਾਰ ਇਸ ਗੱਲ ਤੇ ਜ਼ੋਰ ਦਿੰਦਾ ਕਿ ਅਸੀਂ ਕਸ਼ਮੀਰ ਇਸ਼ੂ ਤੇ ਹੀ ਗੱਲ ਕਰਾਂਗੇ ਤੇ ਉਸ ਇਸ਼ੂ ਦੇ ਉੱਤੇ ਗੱਲ ਲਈ ਉਹ ਅੜ ਜਾਂਦਾ ਤਾਂ ਉਹਦੇ ਚ ਹੁਰੀਅਤ ਸ਼ਾਮਲ ਹੋਵੇਗੀ। ਇੱਕ ਬਹੁਤ ਛੋਟਾ ਨੁਕਤਾ ਰਹਿ ਜਾਂਦਾ, ਵੱਡਾ ਨੁਕਤਾ ਕਸ਼ਮੀਰ ਹੀ ਹੈ।
ਜੇ ਪਾਕਿਸਤਾਨ ਹੁਰੀਅਤ ਦੀ ਰਾਏ ਨੂੰ ਖੁਦ ਬਖੁਦ ਪੇਸ਼ ਕਰ ਸਕਦਾ ਤੇ ਉਹਨੂੰ ਇਸ ਗੱਲ ਤੇ ਕੋਈ ਜ਼ਿੱਦ ਕਰਨ ਦੀ ਜ਼ਰੂਰਤ ਨਹੀਂ ਪੋਲੀਟੀਕਲੀ ਕਿ ਉਹ ਇਸ ਗੱਲ ਦੇ ਉੱਤੇ ਗੱਲਬਾਤ ਤੋੜ ਦੇਵੇ ਕਿ ਹੁਰੀਅਤ ਹੋਵੇ ਕਿ ਨਾ ਹੋਵੇ। ਜੇ ਉਹ ਹੁਰੀਅਤ ਵਾਲੀਆਂ ਗੱਲਾਂ ਖੁਦ ਉਭਾਰ ਸਕਦੇ ਨੇ ਤਾਂ ਪੋਲੀਟੀਕਲੀ ਉਹਨਾਂ ਨੂੰ ਇਹ ਜ਼ਿਆਦਾ ਭੁਗਤ ਵਾਲਾ ਮਾਮਲਾ, ਔਰ ਮੈਂ ਇਹਨੂੰ ਪੋਲੀਟੀਕਲੀ ਏਦਾਂ ਹੀ ਲੈਣਾ ਚਾਹੁੰਦਾ। दूसरी गल मैं ये कहना चाहना कि जो मुद्दा विवादित कश्मीर का हो चुका, इंटरनेशनल लेवल पे ये एस्टैबलिश है कि दो अलग अलग कश्मीर बन के एक कश्मीर नूं पाकिस्तान आजाद कश्मीर कहता होया भी कब्जे ते रखी बैठा, दूजे कश्मीर नूं अकल तंग कह के असीं एक तरह नाल कब्जा उहदे ते जमाई बैठे हैं। ते ये दोनों कश्मीरां दा हल होना चाहिए, दोनों सरकारों को भी इनवॉल्व वो होना चाहिए। पर सवाल यह है कि भारत सरकार हो या पाकिस्तान सरकार हो कि वो सचमुच कश्मीरी लोगों को 1948 वाला वो अधिकार देने लई प्रतिबद्ध होंदे ने कि नहीं, वो इस गल लई कमिटेड ने कि दोनों कश्मीरां नूं इकट्ठा किया जाए, जम्मू कश्मीर स्टेट उही होवे जिहड़ी 1948 वेले सी। जे दोनों देश रल के इस नुक्ते दे उत्ते आ जाण, मैनूं कोई इतराज नहीं है कि दोनों देश इस गल मसले दे उत्ते गलबात करन, चाहे वो जिद करके करन, चाहे वो संवेदनशील तरीके दे नाल करन। जो कश्मीरियों का हित है ये भारत पाकिस्तान उस हित की पूर्ति लई एक टेबल के उत्ते बैठते हैं तो बिल्कुल सही है। जो दोनों एक टेबल के उत्ते बैठ के कश्मीरियों का नुकसान करने लिए बैठे ने तो फिर असीं सानूं उन्हां दे खिलाफ बोलना चाहिए। फिर मेरे लिए ये इशू नहीं कि भारत ने की किया कि पाकिस्तान ने की किया, मेरे लिए इशू ये है कि जिन्हां लोकां नूं तुसीं वंड दिता गया उन्हां दा की हाल होवे, जिहड़े झगड़े दे करके इन्ने कश्मीरी पंडितां नूं कश्मीरी कल्चर तो निखेड़ दिता गया उन्हां कश्मीरियों का की बने। मेरे लिए कश्मीरी का अर्थ मुसलमान नहीं है, मेरे लिए कश्मीरी का अर्थ कश्मीरी है, और यही होना चाहिए साडे सारिਆਂ ਲਈ। थैंक यू जी। अजीत जी टाइम बचिया नहीं, पर मैं तुहानूं फिर भी 30 सैकेंड दिंदा, तुसीं अखीर जे कुछ कहना चाहो। हाँ, और इस तरह हरप्रीत जी कि ਇਹਦੇ ਵਿੱਚ ਕੋਈ ਬਹੁਤੀ ਜਿੱਤ ਹਾਰ ਦੀ ਗੱਲ ਤਾਂ ਹੈ ਨਹੀਂ। ਇਹ ਇੱਕ ਡਿਪਲੋਮੈਟਿਕ ਜਿਹੜਾ ਹੈਗਾ ਨਾ ਇੱਕ ਆਧਾਰ ਕਰਨ ਦੀ ਕੋਈ ਗੱਲ ਹੈ ਸਾਰੀ ਹੁਰੀਅਤ ਨੂੰ ਬੁਲਾਉਣਾ ਜਾਂ ਨਾ ਬੁਲਾਉਣਾ। ਉਹ ਇੰਨੇ ਹੀ ਹੈ ਕਿ ਜੇ ਹੁਰੀਅਤ ਵਿੱਚ ਆਉਂਦੀ ਹੈ ਤਾਂ ਇਹ ਸ਼ੋਅ ਹੁੰਦਾ ਹੈ ਕਿ ਕਸ਼ਮੀਰੀ ਹਿੱਸੇ ਦਾ ਜਿਹੜਾ ਹਿੰਦੁਸਤਾਨ ਦੇ ਹਿੱਸੇ 'ਚ ਕਸ਼ਮੀਰ ਹੈ ਉਹਦੇ ਲੋਕ ਹਿੰਦੁਸਤਾਨ ਤੋਂ ਆਜ਼ਾਦੀ ਚਾਹੁੰਦੇ ਨਹੀਂ। ਤੇ ਜਦੋਂ ਦੋਏ ਮੁਲਕ ਭਿੜਦੇ ਨੇ ਹੁਰੀਅਤ ਬਾਹਰ ਹੁੰਦੀ ਹੈ ਤਾਂ ਉਹ ਇਸ ਤਰ੍ਹਾਂ ਦੀ ਇੱਕ ਡਿਪਲੋਮੈਟਿਕ ਜਿਹੜਾ ਹੈਗਾ ਉਹ ਅਪਰੋਚ ਬਣ ਜਾਂਦੀ ਹੈ ਕਿ ਦੋ ਜਿਹੜੇ ਹੈਗੇ ਉਹ ਇੱਕ ਖਿੱਤੇ ਵਾਸਤੇ ਜਿਹਦੇ ਕੋਲ ਅੱਧਾ ਉਹਦੇ ਕੋਲ ਅੱਧਾ ਉਹਦੇ ਕੋਲ ਹੈ, ਉਹਦਾ ਕੋਈ ਉਹ ਲੋਕਾਂ ਵਾਸਤੇ ਹੱਲ ਕੱਢਣਾ ਚਾਹੁੰਦੇ ਨਹੀਂ। ਹਾਲੇ ਇਸ ਤੋਂ ਵੱਧ ਕੋਈ ਜਿੱਤ ਹਾਰ ਵਾਲੀ ਗੱਲ ਉਹਦੇ ਵਿੱਚ ਨਹੀਂ ਹੈਗੀ। थैंक यू सर, थैंक यू। तुहाडे सब दा तुसीं सारे मेरे नाल जुड़े ते अपने विचार दर्शकां नाल साझे कीते। नाल ही दर्शकां दा धन्नवाद, तुसीं अपना टाइम कढ के साडे शो वेंदे जो, सुझाव दिंदे जो। अपने सुझाव हमेशा ही तुसीं सानू ईमेल, फोन या व्हाट्सएप दे राही जरूर पहुंचाया करो। सानू तुहाडे सुझावां दी बहुत हमेशा ही वेट हुंदी है। तुहाडे सुझावां नाल ही असीं अपना शो नू इंप्रूव करन दी कोशिश करदे हां। इत्थे सानू सारिआं नू दो इजाजत। धन्नवाद। ਧੰਨਵਾਦ।